ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਹਾਜ਼ਰ ਨਾਜ਼ਰ ਜਾਗਦੀ ਜੋਤ ਸਰਬ ਕਲਾ ਸਮਰੱਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਆਪਾਂ ਲੜੀਵਾਰ ਵਿਚਾਰ ਆਰੰਭ ਕੀਤੀ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 214 ਅੰਗ ਤੱਕ ਵਿਚਾਰ ਕਰ ਚੁੱਕੇ ਹਾਂ। ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 215 ਅੰਗ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਨਾਨਕ ਸਾਹਿਬ ਜੀ ਬਲ ਬਖਸ਼ਣ। ਅਤੇ ਇਸ ਵਿੱਚ ਗੁਰੂ ਸਾਹਿਬ ਆਪਾਂ ਨੂੰ ਕੀ ਸਮਝਾ ਰਹੇ ਨੇ? ਮਾਣ ਅਭਿਮਾਨ ਦਊ ਸਮਾਨੈ, ਮਸਤਕ ਡਾਰ ਗੁਰ ਭਾਗਿਓ। ਹੇ ਭੈਣ, ਕੋਈ ਮੇਰਾ ਆਦਰ ਕਰੇ, ਕੋਈ ਮੇਰੇ ਨਾਲ ਆਕੜ ਵਾਲਾ ਸਲੂਕ ਕਰੇ, ਮੈਨੂੰ ਦੋਵੇਂ ਇੱਕੋ ਜਿਹੇ ਜਾਪਦੇ ਹਨ, ਕਿਉਂਕਿ ਮੈਂ ਆਪਣਾ ਮੱਥੇ ਸਿਰ ਗੁਰੂ ਦੇ ਚਰਨਾਂ 'ਤੇ ਰੱਖ ਦਿੱਤਾ ਹੋਇਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪਾਂ ਨੂੰ ਸਮਝਾ ਰਹੇ ਨੇ। ਸੰਪਤ ਹਰਖ ਨਾ ਆਪਤ, ਦੁੱਖਾ ਰੰਗ ਠਾਕੁਰੈ ਲਾਗਿਓ। ਗੁਰੂ ਦੀ ਕਿਰਪਾ ਨਾਲ ਮੇਰੇ ਮਨ ਵਿੱਚ ਪਰਮਾਤਮਾ ਦਾ ਪਿਆਰ ਬਣ ਚੁੱਕਾ ਹੈ। ਹੁਣ ਮੈਨੂੰ ਆਏ ਧਨ ਦੀ ਖੁਸ਼ੀ ਨਹੀਂ ਹੁੰਦੀ ਅਤੇ ਆਈ ਵਿਪਤਾ ਦਾ ਕੋਈ ਦੁੱਖ ਨਹੀਂ ਹੁੰਦਾ, ਪ੍ਰਤੀਤ ਨਹੀਂ ਹੁੰਦਾ। ਬਾਸ ਬਾਸਰੀ ਏਕੈ ਸੁਆਮੀ ਉਦਿਆਇਨ ਦ੍ਰਿਸ਼ਟਾਗਿਓ। ਹੇ ਭੈਣ, ਹੁਣ ਮੈਨੂੰ ਸਭ ਘਰਾਂ ਵਿੱਚ ਇੱਕ ਮਾਲਕ ਪ੍ਰਭੂ ਹੀ ਦਿਸਦਾ ਹੈ। ਜੰਗਲਾਂ ਵਿੱਚ ਵੀ ਮੈਨੂੰ ਉਹੀ ਨਜ਼ਰ ਆ ਰਿਹਾ ਹੈ। ਨਿਰਭਉ ਭਏ ਸੰਤ ਭਰਮ ਡਾਰਿਓ, ਪੂਰਨ ਸਰਬਾਗਿਓ। ਗੁਰੂ ਸੰਤ ਦੀ ਕਿਰਪਾ ਨਾਲ ਮੇਰੀ ਭਟਕਣਾ ਜਿਹੜੀ ਹੈ ਮੁੱਕ ਗਈ ਹੈ। ਮੈਂ ਆਪਣੀ ਭਟਕਣਾ ਮੁਕਾ ਲਈ ਹੈ। ਹੁਣ ਸਭ ਦੇ ਦਿਲਾਂ ਦੀ ਜਾਣਨ ਵਾਲਾ ਪ੍ਰਭੂ ਹੀ ਮੈਨੂੰ ਸਰਬ ਵਿਆਪਕ ਦਿਸਦਾ ਹੈ, ਸਾਰਿਆਂ ਵਿੱਚ ਨਜ਼ਰ ਆਉਂਦਾ ਹੈ, ਅਤੇ ਮੈਂ ਨਿਡਰ ਹੋ ਗਿਆ ਹਾਂ। ਭਾਵ ਮੈਨੂੰ ਕਿਸੇ ਦਾ ਡਰ ਨਹੀਂ ਰਿਹਾ, ਉਸ ਮਾਲਕ ਕਾਲ ਪੁਰਖ ਦਾ, ਇੱਕ ਤੋਂ ਇਲਾਵਾ ਹੋਰ ਕਿਸੇ ਦਾ। ਜੋ ਕੁਛ ਕਰਤੇ ਕਾਰਨ ਕੀਨੋ, ਮਨ ਬੁਰਾ ਨਾ ਲਾਗਿਓ। ਹੇ ਭੈਣ, ਜਦੋਂ ਵੀ ਜਿਹੜਾ ਵੀ ਸਬੱਬ ਕਰਤਾਰ ਨੇ ਬਣਾਇਆ ਹੈ, ਹੁਣ ਮੈਨੂੰ ਆਪਣੇ ਮਨ ਵਿੱਚ ਉਹ ਭੈੜਾ ਨਹੀਂ ਲੱਗਦਾ। ਜੋ ਉਸ ਦੀ ਰਜ਼ਾ ਹੈ ਮੈਂ ਖੁਸ਼ੀ ਖੁਸ਼ੀ ਕਬੂਲ ਕਰਦਾ ਹਾਂ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਲ ਬਖਸ਼ਿਸ਼ ਸਦਕਾ। ਸਾਧ ਸੰਗਤ ਪ੍ਰਸਾਦ ਸੰਤਨ ਕੈ, ਸੋਇਓ ਮਨ ਜਾਗਿਓ। ਸਾਧ ਸੰਗਤ ਵਿੱਚ ਆ ਕੇ ਸੰਤ ਜਨਾਂ ਦੀ ਕਿਰਪਾ ਨਾਲ ਮਾਇਆ ਦੇ ਮੋਹ ਵਿੱਚ ਸੁੱਤਾ ਹੋਇਆ ਮੇਰਾ ਮਨ ਜਾਗ ਪਿਆ ਹੈ। ਜਨ ਨਾਨਕ ਓੜ ਤੁਹਾਰੀ, ਪਰਿਓ ਆਇਓ ਸਰਨਾਗਿਓ। ਦਾਸ ਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਮੈਂ ਤੇਰੀ ਓਟ ਵਿੱਚ ਆ ਪਿਆ ਹਾਂ, ਮੈਂ ਤੇਰੀ ਸ਼ਰਨ ਆ ਡਿੱਗਾ ਹਾਂ। ਨਾਮ ਰੰਗ ਸਹਿਜ ਰਸ ਮਾਣੈ, ਫਿਰ ਦੁੱਖ ਨਾ ਲਾਗਿਓ। ਹੁਣ ਮੈਨੂੰ ਕੋਈ ਦੁੱਖ ਨਹੀਂ ਪਾਉਂਦਾ, ਭਾਵ ਮੈਨੂੰ ਕੋਈ ਦੁੱਖ ਨਹੀਂ ਸਤਾਉਂਦਾ। ਮੈਂ ਤੇਰੇ ਨਾਮ ਦਾ ਆਨੰਦ ਮਾਣ ਰਿਹਾ ਹਾਂ, ਮੈਂ ਆਤਮਕ ਅਡੋਲਤਾ ਦੇ ਸੁੱਖ ਮਾਣ ਰਿਹਾ ਹਾਂ। ਗੋੜੀ ਮਾਲਾ ਮਹੱਲਾ ਪੰਜਵਾਂ। ਗੋੜੀ ਮਾਲਾ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਕੀ ਸਮਝਾ ਰਹੇ ਨੇ? ਪਾਇਆ ਲਾਲ ਰਤਨ ਮਨ ਪਾਇਆ। ਮੈਂ ਆਪਣੇ ਮਨ ਵਿੱਚ ਇੱਕ ਲਾਲ ਲੱਭ ਲਿਆ ਹੈ, ਉਸ ਸ਼ਬਦ ਨੂੰ ਮੈਂ ਟਿਕਾ ਲਿਆ ਹੈ। ਉਹ ਸ਼ਬਦ ਇੱਕ ਲਾਲ ਹੈ ਮੇਰੇ ਲਈ ਕੀਮਤੀ। ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ ਰਹਾਓ। ਮੈਂ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਗਿਆ ਹਾਂ। ਮੇਰਾ ਸਰੀਰ ਹਰੇਕ ਗਿਆਨ ਇੰਦਰਾ ਸ਼ਾਂਤ ਹੋ ਗਿਆ ਹੈ, ਮੇਰਾ ਮਨ ਠੰਡਾ ਹੋ ਗਿਆ ਹੈ। ਰਹਾਓ ਭਾਵ ਮੇਰੇ ਮਨ ਨੂੰ ਸ਼ਾਂਤੀ ਆ ਗਈ ਹੈ, ਟਿਕਾਅ ਆ ਗਿਆ ਹੈ, ਸਬਰ ਆ ਗਿਆ ਹੈ। ਲਾਥੀ ਭੂਖ ਤ੍ਰਿਸ਼ਣ ਸਭ ਲਾਥੀ ਚਿੰਤਾ ਸਗਲ ਵਿਸਾਰੀ। ਕਿਉਂਕਿ ਮੇਰੀ ਮਾਇਆ ਦੀ ਭੁੱਖ ਲੈ ਗਈ ਹੈ, ਮੇਰੀ ਮਾਇਆ ਦੀ ਸਾਰੀ ਤ੍ਰੇਹ ਮੁੱਕ ਗਈ ਹੈ। ਮੈਂ ਸਾਰੇ ਚਿੰਤਾ ਫਿਕਰ ਭੁਲਾ ਦਿੱਤੇ ਹਨ। ਕਰ ਮਸਤਕ ਗੁਰ ਪੂਰੇ ਧਾਰਿਓ, ਮਨ ਜੀਤੋ ਜਗ ਸਾਰੀ। ਪੂਰੇ ਗੁਰੂ ਨੇ ਮੇਰੇ ਮੱਥੇ ਉੱਤੇ ਆਪਣਾ ਹੱਥ ਰੱਖਿਆ ਹੈ। ਉਸ ਦੀ ਬਰਕਤ ਨਾਲ ਮੈਂ ਆਪਣਾ ਮਨ ਕਾਬੂ ਵਿੱਚ ਕਰ ਲਿਆ ਹੈ। ਮਾਨੋ ਮੈਂ ਸਾਰਾ ਜਗਤ ਜਿੱਤ ਲਿਆ ਹੈ।
ਤ੍ਰਿਪਤ ਅਗਾਏ ਰਹੇ ਰਿੱਧ ਅੰਤਰ ਡੋਲਣ ਤੇ ਅਬ ਚੁਕੈ। ਮਾਇਆ ਵੱਲੋਂ ਮੇਰਾ ਅੰਦਰ ਤ੍ਰਿਪਤ ਹੋ ਗਈ ਹੈ, ਤ੍ਰਿਪਤੀ ਹੋ ਗਈ ਹੈ, ਭਾਵ ਸ਼ਾਂਤੀ ਆ ਗਈ ਹੈ, ਸੰਤੋਖ ਆ ਗਿਆ। ਮੈਂ ਮਾਇਆ ਵੱਲੋਂ ਆਪਣੇ ਹਿਰਦੇ ਵਿੱਚ ਰੱਜ ਗਿਆ ਹਾਂ। ਹੁਣ ਮਾਇਆ ਦੀ ਖਾਤਰ ਡੋਲਣ ਤੋਂ ਮੈਂ ਹਟ ਗਿਆ ਹਾਂ, ਭਾਵ ਮਾਇਆ ਦੀ ਖਾਤਰ ਭਟਕਣਾ ਤੋਂ ਬਚਤ ਹੋ ਗਈ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ। ਅਟੁੱਟ ਅਖੁੱਟ ਖਜ਼ਾਨਾ ਸਤਿਗੁਰੂ ਦੀਆ, ਤੋਟ ਨਹੀਂ ਰੇ ਮੁਕੈ। ਹੇ ਭਾਈ, ਸਤਿਗੁਰੂ ਨੇ ਮੈਨੂੰ ਪ੍ਰਭੂ ਨਾਮ ਦਾ ਇੱਕ ਅਜਿਹਾ ਖਜ਼ਾਨਾ ਦਿੱਤਾ ਹੈ। ਪ੍ਰਭੂ ਨਾਮ ਭਾਵ ਉਸ ਸ਼ਬਦ ਦਾ ਇਹੋ ਜਿਹਾ ਖਜ਼ਾਨਾ ਮੈਨੂੰ ਮਿਲਿਆ ਜੋ ਕਦੇ ਮੁੱਕਣ ਵਾਲਾ ਨਹੀਂ, ਉਸ 'ਚ ਕਮੀ ਵੀ ਨਹੀਂ ਆ ਸਕਦੀ, ਉਹ ਖਤਮ ਨਹੀਂ ਹੋ ਸਕਦਾ। ਭਾਵ ਇਹ ਵੰਡਿਆਂ ਵੱਧਦਾ ਹੀ ਜਾਂਦਾ ਹੈ, ਦਿਨੋਂ ਦਿਨ ਨਾਮ ਦਾ ਖਜ਼ਾਨਾ ਹੈ, ਜੋ ਗਿਆਨ ਦਾ ਖਜ਼ਾਨਾ ਹੈ, ਇਹ ਵੱਧਦਾ ਹੀ ਜਾਂਦਾ, ਇਹਦੇ ਵਿੱਚ ਤੋਟ ਨਹੀਂ ਆਉਂਦੀ। ਅਚਰਜ ਏਕ ਸੁਨੋਰੇ ਭਾਈ, ਗੁਰ ਐਸੀ ਬੂਝ ਬੁਝਾਈ। ਹੇ ਭਾਈ, ਇੱਕ ਹੋਰ ਅਨੋਖੀ ਗੱਲ ਸੁਣ। ਗੁਰੂ ਨੇ ਮੈਨੂੰ ਅਜਿਹੀ ਸਮਝ ਬਖਸ਼ ਦਿੱਤੀ ਹੈ ਜਿਸ ਦੀ ਬਰਕਤ ਨਾਲ ਲਹੇ ਪਰਦਾ ਠਾਕੁਰ ਜੋ ਪੇਟਿਓ ਤੋ ਬਿਸਰੀ ਤਾਤ ਪਰਾਈ। ਜਦੋਂ ਤੋਂ ਮੇਰੇ ਅੰਦਰੋਂ ਹਉਮੈ ਦਾ ਪਰਦਾ ਲਾਹ ਕੇ ਮੈਨੂੰ ਠਾਕੁਰ ਪ੍ਰਭੂ ਮਿਲਿਆ ਹੈ, ਤਦ ਤੋਂ ਮੇਰੇ ਦਿਲ ਵਿੱਚੋਂ ਪਰਾਈ ਈਰਖਾ ਵਿਸਰ ਗਈ ਹੈ, ਭਾਵ ਕਿਸੇ ਦੀ ਨਿੰਦਿਆ ਚੁਗਲੀ ਕਰਨਾ ਵੀ ਮੈਨੂੰ ਭੁੱਲ ਗਿਆ ਹੈ। ਕਹਿਓ ਨਾ ਜਾਈ ਇਹੋ ਅਸੰਭੋ, ਸੋ ਜਾਣੇ ਜਿਨ ਚਾਖਿਆ। ਇਹ ਇੱਕ ਐਸਾ ਅਚਰਜ ਆਨੰਦ ਹੈ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਰਸ ਨੂੰ ਉਹੀ ਜਾਣਦਾ ਹੈ ਜਿਸ ਨੇ ਇਹ ਰਸ ਚਖਿਆ ਹੈ, ਭਾਵ ਜਿਹੜਾ ਗੁਰੂ ਨਾਲ ਜੁੜਿਆ ਉਹੀ ਜਾਣ ਸਕਦਾ, ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕਹੋ ਨਾਨਕ ਸਭ ਭਏ ਬਿਗਾਸਾ, ਗੁਰ ਨਿਧਾਨ ਰਿੱਧੇ ਲੈ ਰਾਖਿਆ। ਹੇ ਨਾਨਕ, ਗੁਰੂ ਨੇ ਮੇਰੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਲਿਆ ਕੇ ਰੱਖ ਦਿੱਤਾ ਹੈ ਤੇ ਮੇਰੇ ਅੰਦਰ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਗਿਆਨ ਦਾ ਚਾਨਣ ਹੋ ਗਿਆ ਹੈ। ਗੌੜੀ ਮਾਲਾ ਮਹੱਲਾ ਪੰਜਵਾਂ। ਗੌੜੀ ਮਾਲਾ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਉਬਰਤ ਰਾਜਾ ਰਾਮ ਕੀ ਸਰਨੀ। ਪ੍ਰਭੂ ਪਾਤਸ਼ਾਹ ਦੀ ਸ਼ਰਨ ਪੈ ਕੇ ਹੀ ਮਨੁੱਖ ਮਾਇਆ ਦੇ ਪ੍ਰਭਾਵ ਤੋਂ ਬਚ ਸਕਦਾ ਹੈ। ਚਰਨੀ ਪੈਣਾ, ਸਰਨੀ ਪੈਣਾ ਭਾਵ ਗੁਰੂ ਦੇ ਸ਼ਬਦ ਨਾਲ ਜੁੜਨਾ, ਗੁਰੂ ਦੀ ਮੱਤ 'ਤੇ ਚੱਲਣਾ ਹੈ। ਸਰਬ ਲੋਕ ਮਾਇਆ ਕੇ ਮੰਡਲ, ਗਿਰ ਗਿਰ ਪਰਤੇ ਧਰਨੀ ਰਹਾਓ। ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ, ਇਹਨਾਂ ਸਭਨਾਂ ਲੋਕਾਂ ਦੇ ਜੀਵ ਮਾਇਆ ਦੇ ਚੱਕਰ ਵਿੱਚ ਹੀ ਫਸੇ ਪਏ ਹਨ। ਮਾਇਆ ਦੇ ਪ੍ਰਭਾਵ ਦੇ ਕਾਰਨ ਹੀ ਜੀਵ ਉੱਚੇ ਆਤਮਿਕ ਟਿਕਾਣੇ ਤੋਂ ਡਿੱਗ ਡਿੱਗ ਕੇ ਨੀਵੇਂ ਆਤਮਿਕ ਦਸ਼ਾ ਵੱਲ ਵਿੱਚ ਆ ਰਹੇ ਹਨ, ਵਿੱਚ ਪੈਂਦੇ ਹਨ ਜਾਂ ਆ ਰਹੇ ਹਨ। ਰਹਾਓ ਰੁਕ ਜਾਣਾ, ਠਹਿਰ ਜਾਣਾ। ਸਾਸਤ ਸਿਮਰਤ ਵੇਦ ਵਿਚਾਰੇ, ਮਹਾਂਪੁਰਖਨ ਇਉਂ ਕਹਿਆ। ਪੰਡਤ ਲੋਕਾਂ ਤਾਂ ਸ਼ਾਸਤਰ ਸਿਮਰਤੀਆਂ ਵੇਦ ਆਦਿਕ ਸਾਰੇ ਧਰਮ ਪੁਸਤਕਾਂ ਵਿਚਾਰਦੇ ਆ ਰਹੇ ਹਨ, ਪਰ ਮਹਾਂਪੁਰਖਾਂ ਨੇ ਇਉਂ ਹੀ ਆਖਿਆ ਹੈ, ਬਿਨ ਹਰ ਭਜਨ ਨਾਹੀ ਨਿਸਤਾਰਾ, ਸੂਖ ਨਾ ਕਿਨਹੂ ਲਿਆ। ਕਿ ਪਰਮਾਤਮਾ ਦੇ ਭਜਨ ਤੋਂ ਬਿਨਾਂ ਮਾਇਆ ਦੇ ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ। ਸਿਮਰਨ ਤੋਂ ਬਿਨਾਂ ਕਿਸੇ ਮਨੁੱਖ ਨੇ ਵੀ ਸੁੱਖ ਨਹੀਂ ਪਾਇਆ। ਤੀਨ ਭਵਨ ਕੀ ਲਖਮੀ, ਜੋਰੀ ਬੂਝਤ ਨਾਹੀ ਲਹਿਰੈ। ਇਤਨੀ ਮਾਇਆ ਜੋੜ ਜੋੜ ਕੇ ਵੀ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਮਨੁੱਖ ਕਿਤੇ ਵੀ ਮਨ ਦਾ ਟਿਕਾਓ ਨਹੀਂ ਲੱਭ ਸਕਦਾ। ਹਰ ਵੇਲੇ ਹੀ ਮਾਇਆ ਦੀ ਖਾਤਰ ਭਟਕਦਾ ਫਿਰਦਾ ਹੈ। ਇਨਕ ਬਿਲਾਸ ਕਰਤ ਮਨ ਮੋਹਨ, ਪੂਰਨ ਹੋਤ ਨਾ ਕਾਮਾ। ਮਨੁੱਖ ਮਨ ਨੂੰ ਮੋਹਣ ਵਾਲੀਆਂ ਅਨੇਕਾਂ ਮੌਜਾਂ ਵੀ ਕਰਦਾ ਰਿਹਾ, ਮਨ ਦੀਆਂ ਵਿਕਾਰਾਂ ਵਾਲੀਆਂ ਵਾਸ਼ਨਾ ਪੂਰੀਆਂ ਨਹੀਂ ਹੁੰਦੀਆਂ। ਜਲਤੋ ਕਬੂ ਨਾ ਬੁਝਤ, ਸਗਲ ਬਿਰਥੈ ਬਿਨ ਨਾਮਾ। ਮਨੁੱਖ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਫਿਰਦਾ ਹੈ। ਤ੍ਰਿਸ਼ਨਾ ਦੀ ਅੱਗ ਕਦੇ ਬੁਝਦੀ ਨਹੀਂ। ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਦੇ ਹੋਰ ਸਾਰੇ ਉਦਮ ਵਿਅਰਥ ਚਲੇ ਜਾਂਦੇ ਹਨ।
ਹਰ ਕਾ ਨਾਮ ਜਪੋ ਮੇਰੇ ਮੀਤਾ, ਇਹ ਸਾਰ ਸੁਖ ਪੂਰਾ। ਹੇ ਮੇਰੇ ਮਿੱਤਰ, ਹੇ ਮੇਰੇ ਪਿਆਰੇ, ਪਰਮਾਤਮਾ ਦਾ ਨਾਮ ਜਪਿਆ ਕਰ, ਇਹੀ ਸ੍ਰੇਸ਼ਟ ਸੁਖ ਹੈ ਅਤੇ ਇਸ ਸੁੱਖ ਵਿੱਚ ਕੋਈ ਘਾਟ ਕਮੀ ਨਹੀਂ ਰਹਿ ਜਾਂਦੀ। ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਨਾਮ ਜਪਿਆ ਜਾਂਦਾ। ਜਦੋਂ ਇਹ ਮਿਲ ਜਾਂਦਾ ਨਾਮ, ਫਿਰ ਕੋਈ ਘਾਟ ਕਮੀ ਨਹੀਂ ਰਹਿੰਦੀ। ਸਭ ਤ੍ਰਿਸ਼ਨਾ ਮੁੱਖਾਂ ਭਰ ਜਾਂਦੀਆਂ ਨੇ, ਭੁੱਖਾਂ ਸਭ ਲੱਥ ਜਾਂਦੀਆਂ ਬੰਦੇ ਦੀਆਂ। ਸਾਧ ਸੰਗਤ ਜਨਮ ਮਰਨ ਨਿਵਾਰੈ, ਨਾਨਕ ਜਨ ਕੀ ਧੂਰਾ। ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆ ਕੇ ਆਪਣਾ ਜਨਮ ਮਰਨ ਦਾ ਗੇੜਾ ਮੁਕਾ ਲੈਂਦਾ ਹੈ, ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ ਮੰਗਦਾ ਹੈ। ਗੌੜੀ ਮਾਲਾ ਮਹੱਲਾ ਪੰਜਵਾਂ। ਮੋਹ ਕੋ ਇਹ ਬਿਦ ਕੋ ਸਮਝਾਵੈ। ਹੋਰ ਕੌਣ ਮੈਨੂੰ ਇਹ ਗੱਲ ਇਸ ਤਰ੍ਹਾਂ ਸਮਝਾ ਸਕਦਾ ਹੈ? ਪ੍ਰਸ਼ਨ ਕਰ ਰਹੇ ਗੁਰੂ ਸਾਹਿਬ ਜੀ। ਕਰਤਾ ਹੋਏ ਜਨਾਬੈ। ਰਹਾਉ। ਉਹੀ ਗੁਰਮੁਖ ਸਮਝ ਸਕਦਾ ਹੈ ਜੋ ਕਰਤਾਰ ਦਾ ਰੂਪ ਹੋ ਜਾਏ। ਰਹਾਉ ਰੁਕ ਜਾਣਾ। ਅਨਜਾਨਤ ਕਿਛ ਇਨਹੁ ਕਾ ਮਾਨੋ, ਜਪ ਤਪ ਕਛੂ ਨਾ ਸਾਧਾ। ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਸਮਝ ਸਕਦਾ ਕਿ ਅਗਿਆਨਤਾ ਵਿੱਚ ਫਸ ਕੇ ਇਸ ਜੀਵ ਨੇ ਸਿਮਰਨ ਨਹੀਂ ਕੀਤਾ ਅਤੇ ਵਿਕਾਰਾਂ ਵੱਲੋਂ ਰੋਕ ਦਾ ਉੱਦਮ ਨਹੀਂ ਕੀਤਾ। ਕੁਝ ਹੋਰ ਹੀ ਕੋਝੇ ਕੰਮ ਕੀਤੇ ਹਨ। ਇਹ ਗੁਰੂ ਤੋਂ ਬਿਨਾਂ ਕੋਈ ਨਹੀਂ ਜਾਣ ਸਕਦਾ। ਦਹਿ ਦਿਸ ਲੈ ਇਹੋ ਮਨ ਦਿਉਰਾਇਓ, ਕਵਣ ਕਰਮ ਕਰ ਬਾਧਾ। ਇਹ ਜੀਵ ਆਪਣੇ ਇਸ ਮਨ ਨੂੰ ਦਸੀ ਪਾਸੀ ਭਜਾ ਰਿਹਾ ਹੈ। ਇਹ ਕਿਹੜੇ ਕਰਮਾਂ ਦੇ ਕਾਰਨ ਮਾਇਆ ਦੇ ਮੋਹ ਵਿੱਚ ਬੱਝਾ ਪਿਆ ਹੈ? ਇਹ ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ। ਮਨ ਤਨ ਧਨ ਭੂਮ ਕਾ ਠਾਕੁਰ ਹੋ, ਇਸ ਕਾ ਇਹੋ ਮੇਰਾ। ਮੋਹ ਵਿੱਚ ਫਸ ਕੇ ਜੀਵ ਹਰ ਵੇਲੇ ਇਹੀ ਆਖਦਾ ਹੈ ਕਿ ਮੈਂ ਆਪਣੀ ਜਿੰਦ ਦਾ, ਸਰੀਰ ਦਾ, ਧਨ ਦਾ, ਧਰਤੀ ਦਾ ਮਾਲਕ ਹਾਂ। ਮੈਂ ਇਸ ਧਨ ਆਦਿ ਦਾ ਮਾਲਕ ਹਾਂ। ਮੈਂ ਇਹ ਧਨ ਆਦਿਕ ਮੇਰਾ ਹੈ। ਭਾਵ ਇਸ ਚੱਕਰ ਵਿੱਚ ਫਸ ਕੇ ਮੋਹ ਵਿੱਚ ਜੀਵ ਕੀ ਕਹਿ ਰਿਹਾ ਕਿ ਜ਼ਿੰਦਗੀ ਦਾ ਮਾਲਕ ਮੈਂ ਹਾਂ, ਧਨ ਦਾ ਮਾਲਕ ਮੈਂ ਹਾਂ, ਧਰਤੀ ਦਾ ਮਾਲਕ ਮੈਂ ਹਾਂ। ਬਸ ਇਸੇ ਚੱਕਰ ਦੇ ਵਿੱਚ ਹੀ ਫਸਿਆ ਹੋਇਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 216 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਸਾਹਿਬ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ? ਪਰਮ ਮੋਹ ਕਛ ਸੂਝਸ ਨਾਹੀ, ਇਹ ਪੈਂਖਰ ਪਏ ਪੈਰਾ। ਮਾਇਆ ਦੀ ਖਾਤਰ ਭਟਕਣਾ ਦੇ ਕਾਰਨ, ਮਾਇਆ ਦੇ ਮੋਹ ਦੇ ਕਾਰਨ ਜੀਵ ਨੂੰ ਕੋਈ ਸੁਚੱਜੀ ਗੱਲ ਨਹੀਂ ਸੁਝਦੀ। ਇਸ ਦੇ ਪੈਰਾਂ ਵਿੱਚ ਮਾਇਆ ਦੇ ਮੋਹ ਦੇ ਢੰਗੇ ਪਏ ਹੋਏ ਹਨ। ਜਿਵੇਂ ਖੋਤੇ ਆਦਿਕ ਨੂੰ ਚੰਗਾ ਢੰਗਾ ਆਦਿਕ ਪਾਇਆ ਹੁੰਦਾ ਹੈ। ਤਬ ਇਹੋ ਕਹਾ ਕਮਾਨਵਨ, ਪਰਿਆ ਜਬ ਇਹੋ ਕਛੂ ਨਾ ਹੋਤਾ। ਜਦੋਂ ਜਗਤ ਰਚਨਾ ਤੋਂ ਪਹਿਲਾਂ ਇਸ ਜੀਵ ਦੀ ਕੋਈ ਹਸਤੀ ਨਹੀਂ ਸੀ, ਤਦੋਂ ਇਹ ਜੀਵ ਕੀ ਕਮਾਣ ਜੋਗਾ ਸੀ ਅਤੇ ਹੁਣ ਇਹ ਮਾਣ ਕਰਦਾ ਹੈ ਕਿ ਮੈਂ ਧਨ ਦਾ ਮਾਲਕ ਹਾਂ, ਮੈਂ ਧਰਤੀ ਦਾ ਮਾਲਕ ਹਾਂ। ਜਬ ਏਕ ਨਿਰੰਜਨ ਨਿਰੰਕਾਰ ਪ੍ਰਭ, ਸਭ ਕਿਛ ਆਪੈ ਕਰਤਾ। ਗੁਰੂ ਤੋਂ ਬਿਨਾਂ ਹੋਰ ਕੌਣ ਦੱਸੇ ਕਿ ਜਦੋਂ ਕੇਵਲ ਇੱਕ ਨਿਰੰਜਨ ਆਕਾਰ ਰਹਿਤ ਪ੍ਰਭੂ ਆਪ ਹੀ ਆਪ ਸੀ, ਤਦੋਂ ਪ੍ਰਭੂ ਆਪ ਹੀ ਸਭ ਕੁਝ ਕਰਨ ਵਾਲਾ ਸੀ। ਆਪੇ ਕਰਤਬ ਆਪੇ ਜਾਣੇ, ਜਿਨ ਇਹ ਰਚਨ ਰਚਾਇਆ। ਉਹੀ ਆਪ ਹੀ ਆਪਣੇ ਕੀਤੇ ਕਰਮਾਂ ਨੂੰ ਕੰਮਾਂ ਨੂੰ ਜਾਣਦਾ ਸੀ ਅਤੇ ਉਹ ਆਪ ਹੀ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਸੀ। ਅਗਿਆਨੀ ਜੀਵ ਵਿਅਰਥ ਹੀ ਮਲਕੀਅਤਾਂ ਦਾ ਮਾਣ ਕਰਦਾ ਹੈ ਅਤੇ ਭਟਕਦਾ ਫਿਰਦਾ ਹੈ। ਕਹੋ ਨਾਨਕ ਕਰਨਹਾਰ ਹੈ, ਆਪੇ ਸਤਿਗੁਰ ਭਰਮ ਚੁਕਾਇਆ। ਹੇ ਨਾਨਕ, ਗੁਰੂ ਨੇ ਹੀ ਇਹ ਧਨ ਧਰਤੀ ਆਦਿਕ ਦੀਆਂ ਮਲਕੀਤਾਂ ਦਾ ਭੁਲੇਖਾ ਦੂਰ ਕੀਤਾ ਹੈ ਅਤੇ ਸਮਝਾਇਆ ਹੈ ਕਿ ਜਿਸ ਪਰਮਾਤਮਾ ਨੇ ਇਹ ਜਗਤ ਰਚਨਾ ਰਚੀ ਹੈ। ਅੱਗੇ ਕੀ ਕਹਿ ਰਿਹਾ ਗੁਰੂ ਸਾਹਿਬ? ਗੌੜੀ ਮਾਲਾ ਮਹੱਲਾ ਪੰਜਵਾਂ। ਗੌੜੀ ਮਾਲਾ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ? ਹਰ ਬਿਨ ਅਵਰ ਕਿਰਿਆ ਬਿਰਥ ਹੈ,
ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾਂ ਹੋਰ ਸਾਰੇ ਮਿੱਥੇ ਹੋਏ ਧਾਰਮਿਕ ਕੰਮ ਵਿਅਰਥ ਹਨ। ਜਪ ਤਪ ਸੰਜਮ ਕਰਮ ਕਮਾਣੇ ਇਹ ਔਰੈ ਮੁਸੈ ਰਹਾਉ। ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ ਜਪ ਕਰਨੇ, ਤਪ ਸਾਧਨੇ, ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣ ਲਈ ਹਠ ਯੋਗ ਦੇ ਸਾਧਨ ਕਰਨੇ, ਇਹ ਸਾਰੇ ਪ੍ਰਭੂ ਦੀ ਦਰਗਾਹ ਤੋਂ ਔਰੇ ਹੀ ਖੋਹ ਲਏ ਜਾਂਦੇ ਹਨ। ਰਹਾਉ ਭਾਵ ਇਹ ਪ੍ਰਮਾਤਮਾ ਨੂੰ ਮਿਲਣ ਦੇ ਰਸਤੇ ਨਹੀਂ ਹਨ। ਉਹ ਗੁਰੂ ਸਾਹਿਬ ਜੀ ਆਪਾਂ ਨੂੰ ਸਮਝਾ ਰਹੇ ਨੇ ਕਿ ਇਹ ਜਪ ਤਪ ਸੰਜਮ ਦਰਗਾਹ ਤੋਂ ਪਹਿਲਾਂ ਉਰੇ ਹੀ ਖੋਹ ਲੈਂਦੇ ਨੇ। ਇਹ ਜਿਹੜੇ ਆਪਾਂ ਤਰੀਕੇ ਅਪਣਾਏ ਨੇ ਉਸ ਮਾਲਕ ਨੂੰ ਪਾਉਣ ਦੇ। ਵਰਤ ਨੇਮ ਸੰਜਮ ਮਹਿ ਰਹਿਤਾ ਤਿਨ ਕਾ ਆਡ ਨਾ ਪਾਇਆ। ਮਨੁੱਖ ਵਰਤਾਂ ਸੰਜਮਨਾਂ ਦੇ ਨੇਮ ਵਿੱਚ ਰੁੱਝਾ ਰਹਿੰਦਾ ਹੈ, ਪਰ ਉਹਨਾਂ ਉਦਮਾਂ ਦਾ ਮੁੱਲ ਉਸ ਨੂੰ ਇੱਕ ਕੌਡੀ ਵੀ ਨਹੀਂ ਮਿਲਦਾ। ਇਹਨਾਂ ਜਿਹੜੇ ਚੱਕਰਾਂ 'ਚ ਪਿਆ ਇਹਦਾ ਮੁੱਲ ਇੱਕ ਕੌਡੀ ਵੀ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਮਿਲਦਾ। ਆਗੇ ਚੱਲਣ ਔਰ ਹੈ ਭਾਈ ਉਹਾਂ ਕਾਮ ਨਾ ਆਇਆ। ਹੇ ਭਾਈ, ਜੀਵ ਦੇ ਨਾਲ ਪਰਲੋਕ ਵਿੱਚ ਸਾਥ ਨਿਭਾਉਣ ਵਾਲਾ ਪਦਾਰਥ ਹੋਰ ਹੈ। ਵਰਤ ਨੇਮ ਸੰਜਮ ਆਦਿਕ ਵਿੱਚੋਂ ਕੋਈ ਵੀ ਪਰਲੋਕ ਵਿੱਚ ਕੰਮ ਨਹੀਂ ਆਉਂਦਾ। ਤੀਰਥ ਨਾਏ ਔਰ ਧਰਨੀ ਭਰਮਤਾ ਆਗੇ ਠੌਰ ਨਾ ਪਾਵੈ। ਜਿਹੜੇ ਮਨੁੱਖ ਤੀਰਥਾਂ ਉੱਤੇ ਇਸ਼ਨਾਨ ਕਰਦਾ ਹੈ ਅਤੇ ਤਿਆਗੀ ਬਣ ਕੇ ਧਰਤੀ ਉੱਤੇ ਰਟਨ ਕਰਦਾ ਫਿਰਦਾ ਹੈ, ਉਹ ਵੀ ਪ੍ਰਭੂ ਦੀ ਦਰਗਾਹ ਵਿੱਚ ਥਾਂ ਨਹੀਂ ਲੱਭ ਸਕਦਾ। ਉਹਾਂ ਕਾਮ ਨਾ ਆਵੈ ਇਹ ਬਿਦ ਉਹ ਲੋਗਣ ਹੀ ਪੱਤੀ ਆਵੈ। ਅਜਿਹੇ ਕੋਈ ਤਰੀਕਾ ਪ੍ਰਭੂ ਦੀ ਹਜ਼ੂਰੀ ਵਿੱਚ ਕੰਮ ਨਹੀਂ ਆਉਂਦਾ। ਉਹ ਤਿਆਗੀ ਇਹਨਾਂ ਤਰੀਕਿਆਂ ਨਾਲ ਸਿਰਫ ਲੋਕਾਂ ਨੂੰ ਹੀ ਆਪਣੇ ਧਰਮੀ ਹੋਣ ਦਾ ਨਿਸ਼ਚਾ ਦਿਵਾਉਂਦਾ ਹੈ, ਧਰਮੀ ਹੋਣ ਦਾ ਵਿਖਾਵਾ ਕਰਦਾ ਹੈ ਲੋਕਾਂ ਲਈ। ਚਤੁਰ ਵੇਦ ਮੁਖ ਬਚਨੀ ਉਚਰੈ ਆਗੇ ਮੈਲ ਨਾ ਪਾਈਐ। ਜੇ ਪੰਡਤ ਚਾਰੇ ਵੇਦ ਜ਼ਬਾਨੀ ਉਚਾਰ ਸਕਦਾ ਹੈ ਤਾਂ ਇਸ ਤਰ੍ਹਾਂ ਵੀ ਪ੍ਰਭੂ ਦੀ ਹਜ਼ੂਰੀ ਵਿੱਚ ਟਿਕਾਣਾ ਨਹੀਂ ਮਿਲ ਸਕਦਾ। ਬੂਝੇ ਨਾਹੀ ਏਕ ਸਦਾਖਰ ਉਹ ਸਗਲੀ ਝਾਖ ਚਖਾਈਐ। ਜਿਹੜਾ ਮਨੁੱਖ ਪਰਮਾਤਮਾ ਦਾ ਪਵਿੱਤਰ ਨਾਮ ਸਿਮਰਨ ਨਹੀਂ ਸਮਝਦਾ, ਉਹ ਹੋਰ ਉਦਮਾਂ ਨਾਲ ਨਿਰੀਆਂ ਖੁਆਰੀ ਹੀ ਖੁਆਰੀ ਸਹੇੜਦਾ ਹੈ, ਭਾਵ ਖੁਆਰ ਹੀ ਹੁੰਦਾ ਰਹਿੰਦਾ ਹੈ। ਨਾਨਕ ਕਹਿਤੋ ਇਹੋ ਵਿਚਾਰਾ ਜੇ ਕਮਾਵੈ ਸੋ ਪਾਰ ਗਰਾਮੀ। ਨਾਨਕ ਇਹ ਇੱਕ ਵਿਚਾਰ ਦੀ ਗੱਲ ਆਖਦਾ ਹੈ ਕਿ ਜਿਹੜਾ ਮਨੁੱਖ ਇਸ ਨੂੰ ਵਰਤੋਂ 'ਚ ਲਿਆਉਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ। ਵਿਚਾਰਾਂ ਕਰਨੀਆਂ ਹੋਰ ਗੱਲ ਹੈ, ਇਸ 'ਤੇ ਅਮਲ ਕਰਨਾ ਹੋਰ ਗੱਲ ਹੈ। ਜਿਹੜਾ ਅਮਲ ਕਰਦਾ ਉਹ ਸੰਸਾਰ ਸਮੁੰਦਰ 'ਚੋਂ ਲੰਘਣ ਯੋਗ ਹੋ ਜਾਂਦਾ ਹੈ। ਗੁਰਬਾਣੀ ਪੜ੍ਹਨਾ ਵਿਚਾਰਨਾ ਹੋਰ ਗੱਲ ਹੈ, ਇਸ 'ਤੇ ਅਮਲ ਵਿੱਚ ਜਿੰਨਾ ਲਿਆਦੇ ਨਹੀਂ ਉਦੋਂ ਤੱਕ ਆਪਾਂ ਇਸ ਭਾਵ ਸਾਗਰ ਸਮੁੰਦਰ 'ਚੋਂ ਪਾਰ ਨਹੀਂ ਲੰਘ ਸਕਦੇ। ਗੁਰ ਸੇਵੋ ਔਰ ਨਾਮ ਧਿਆਵੋ ਤਿਆਗੋ ਮਨੋਂ ਗੁਮਾਨੀ। ਉਹ ਵਿਚਾਰ ਹੈ ਇਹ ਹੈ ਕਿ ਗੁਰੂ ਦੀ ਸ਼ਰਨ ਪਵੋ, ਆਪਣੇ ਮਨ ਵਿੱਚੋਂ ਹੰਕਾਰ ਦੂਰ ਕਰੋ ਅਤੇ ਪਰਮਾਤਮਾ ਦਾ ਨਾਮ ਸਿਮਰੋ। ਗੌੜੀ ਮਾਲਾ ਮਹੱਲਾ ਪੰਜਵਾਂ। ਗੌੜੀ ਮਹੱਲਾ ਪੰਜਵਾਂ 'ਚ ਗੁਰੂ ਮਾਲਾ 'ਚ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਮਾਧੋ ਹਰ ਹਰ ਮੁਖ ਕਹੀਐ। ਹੇ ਮਾਇਆ ਦੇ ਪਤੀ ਪ੍ਰਭੂ, ਹੇ ਹਰੀ ਮਿਹਰ ਕਰ ਤਾਂ ਕਿ ਅਸੀਂ ਤੇਰੇ ਨਾਲ ਤੇਰਾ ਨਾਮ ਮੂੰਹੋਂ ਉਚਾਰ ਸਕੀਏ। ਸਾਡੇ 'ਤੇ ਬਖਸ਼ਿਸ਼ ਕਰ, ਨਦਰ ਕਰ। ਹਮ ਤੇ ਕਛੂ ਨਾ ਹੋਵੈ ਸੁਆਮੀ, ਜਿਉਂ ਰਾਖੋ ਤਿਉਂ ਰਹੀਐ ਰਹਾਉ। ਹੇ ਸੁਆਮੀ ਪ੍ਰਭੂ, ਸਾਥੋਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ। ਜਿਸ ਤਰ੍ਹਾਂ ਤੂੰ ਸਾਨੂੰ ਰੱਖਦਾ ਹੈ ਉਸੇ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ। ਰਹਾਉ ਰੁਕ ਜਾਣਾ, ਠਹਿਰ ਜਾਣਾ। ਹੇ ਸੁਆਮੀ, ਅੱਗੇ ਗੁਰੂ ਸਾਹਿਬ ਕੀ ਸਮਝਾ ਰਹੇ ਨੇ ਆਪ ਨੂੰ। ਕਿਆ ਕੁਛ ਕਰੈ ਕਿਆ ਕਰਨੇ ਹਾਰਾ, ਕਿਆ ਇਸ ਹਾਥ ਵਿਚਾਰੇ। ਹੇ ਮੇਰੇ ਸਰਬ ਵਿਆਪਕ ਖਸਮ ਪ੍ਰਭੂ, ਇਹ ਜੀਵ ਕੀ ਕਰੇ। ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ ਜੀ, ਇਹ ਕੀ ਕਰਨ ਜੋਗਾ ਹੈ। ਇਸ ਵਿਚਾਰੇ ਦੇ ਹੱਥ ਵਿੱਚ ਕੀ ਹੈ। ਇਹ ਜੀਵ ਆਪਣੇ ਆਪ ਕੁਝ ਨਹੀਂ ਕਰ ਸਕਦਾ, ਕੁਝ ਨਹੀਂ ਕਰ ਸਕਦਾ, ਕੁਝ ਨਹੀਂ ਕਰਦਾ।
ਇਸ ਦੇ ਹੱਥ ਵਿੱਚ ਕੋਈ ਤਾਕਤ ਨਹੀਂ ਹੈ। ਜਿਤ ਤੁਮ ਲਾਵੋ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ। ਜਿਸ ਪਾਸੇ ਤੂੰ ਇਹਨਾਂ ਨੂੰ ਲਾਉਂਦਾ ਹੈ ਉਸੇ ਪਾਸੇ ਹੀ ਇਹ ਲੱਗ ਫਿਰਦੇ ਹਨ। ਸਾਰਾ ਕੁਝ ਤੂੰ ਆਪਣੇ ਹੱਥ ਵਿੱਚ ਰੱਖਿਆ ਗੁਰੂ ਸਾਹਿਬ ਜੀ। ਜਿਸ ਪਾਸੇ ਤੁਸੀਂ ਤੋਰਦੇ ਹੋ ਉਸੇ ਪਾਸੇ ਜੀਵ ਤੁਰਦਾ ਹੈ। ਕੁਛ ਵੀ ਇਹਦੇ ਹੱਥ ਵੱਸ ਨਹੀਂ ਹੈ। ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵੋ। ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪ੍ਰਭੂ, ਮਿਹਰ ਕਰ ਮੈਨੂੰ ਸਿਰਫ ਆਪਣੇ ਹੀ ਸਰੂਪ ਦੀ ਲਗਨ ਬਖਸ਼ੋ। ਆਪਣੇ ਨਾਮ ਨਾਲ ਜੋੜੋ, ਆਪਣੀ ਮੱਤ 'ਤੇ ਤੋਰੋ। ਨਾਨਕ ਕੀ ਬੇਨਤੀ ਹਰ ਪਹਿ ਆਪਣਾ ਨਾਮ ਜਪਾਵੋ। ਮੈਂ ਨਾਨਕ ਦੀ ਪਰਮਾਤਮਾ ਪਾਸ ਇਹੀ ਬੇਨਤੀ ਹੈ ਕਿ ਹੇ ਪ੍ਰਭੂ ਮੈਨੂੰ ਆਪਣਾ ਨਾਮ ਜਪਾ, ਆਪਣਾ ਨਾਮ ਦੀ ਬਖਸ਼ਿਸ਼ ਕਰ, ਨਦਰ ਕਰ ਮੇਰੇ 'ਤੇ ਵੀ। ਰਾਗ ਗੌੜੀ ਮਾਝ ਮਹੱਲਾ ਪੰਜਵਾਂ। ਰਾਗ ਗੌੜੀ ਮਾਝ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ। ਇਸ ਵਿੱਚ ਗੁਰੂ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਨੇ? ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਅਕਾਲ ਪੁਰਖ ਇੱਕ ਹੈ ਅਤੇ ਉਹ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਦੀਨ ਦਿਆਲ ਦਮੋਦਰ ਰਾਇਆ ਜੀਓ। ਹੇ ਗਰੀਬਾਂ ਉੱਤੇ ਤਰਸ ਕਰਨ ਵਾਲੇ ਪ੍ਰਭੂ ਪਾਤਸ਼ਾਹ ਜੀ, ਕੋਟ ਜਨਾ ਕਰ ਸੇਵ ਲਗਾਇਆ ਜੀਓ। ਤੂੰ ਕਰੋੜਾਂ ਬੰਦਿਆਂ ਨੂੰ ਆਪਣੇ ਸੇਵਕ ਬਣਾ ਕੇ ਆਪਣੀ ਸੇਵਾ ਭਗਤੀ ਵਿੱਚ ਲਾਇਆ ਹੋਇਆ ਹੈ। ਭਗਤ ਵਸ਼ਲ ਤੇਰਾ ਬਿਰਦ ਰਖਾਇਆ ਜੀਓ। ਭਗਤਾਂ ਦਾ ਪਿਆਰਾ ਹੋਣਾ ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਅ ਬਣਿਆ ਆ ਰਿਹਾ ਹੈ। ਪੂਰਨ ਸਬਣੀ ਜਾਈ ਜੀਓ। ਹੇ ਪ੍ਰਭੂ ਤੂੰ ਸਭ ਥਾਵਾਂ ਵਿੱਚ ਮੌਜੂਦ ਹੈ। ਕਿਉਂ ਪੇਖਾ ਪ੍ਰੀਤਮ ਕਵਣ ਸੁਰ ਕਰਨੀ ਜੀਓ। ਮੈਂ ਕਿਵੇਂ ਉਸ ਪ੍ਰਭੂ ਪ੍ਰੀਤਮ ਦਾ ਦਰਸ਼ਨ ਕਰਾਂ? ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ। ਉਹ ਕਿਹੜੀ ਸ੍ਰੇਸ਼ਟ ਕਰਨੀ ਹੈ ਜਿਸ ਨਾਲ ਮੈਂ ਉਸ ਨੂੰ ਵੇਖਾਂ? ਭਾਵ ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ, ਆਪਾਂ ਨੂੰ ਸਮਝਾ ਰਹੇ ਨੇ ਕਿ ਕਿਹੜੇ ਤਰੀਕੇ ਨਾਲ ਮੈਂ ਉਸ ਦੇ ਦਰਸ਼ਨ ਕਰਾਂ, ਕਿਹੜੀ ਕਰਨੀ ਹੈ ਜਿਸ ਨਾਲ ਮੈਂ ਉਸ ਨੂੰ ਵੇਖਾਂ। ਸੰਤਾਂ ਦਾਸੀ ਸੇਵਾ ਚਰਨੀ ਜੀਓ। ਜਿੱਥੋਂ ਵੀ ਪੁੱਛਾਂ ਇਹੀ ਉੱਤਰ ਮਿਲਦਾ ਹੈ ਕਿ ਮੈਂ ਸੰਤ ਜਨਾਂ ਦੀ ਦਾਸੀ ਬਣਾ ਅਤੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂ। ਇਹੋ ਜੀਓ ਵਰਤਾਈ ਬਲ ਬਲ ਜਾਈ ਜੀਓ। ਮੈਂ ਆਪਣੀ ਇਹ ਜਿੰਦ ਉਸ ਪ੍ਰਭੂ ਪਾਤਸ਼ਾਹ ਤੋਂ ਸਦਕੇ ਕਰਾਂ ਅਤੇ ਉਸ ਤੋਂ ਕੁਰਬਾਨ ਹੋ ਜਾਵਾਂ ਜਿਸ ਨਿਵ ਨਿਵ ਲਾਗੋ ਪਾਈ ਜੀਓ। ਲਿਵ ਲਿਵ ਕੇ ਮੈਂ ਸਦਾ ਉਸ ਦੇ ਪੈਰੀ ਲੱਗਦੀ ਰਹਾਂ। ਭਾਵ ਨਿਉ ਨਿਉ ਕੇ ਉਹਨਾਂ ਦੇ ਪੈਰ ਛੂੰਹਦੀ ਰਹਾਂ। ਪੋਥੀ ਪੰਡਤ ਵੇਦ ਖੁਜੰਤਾ ਜੀਓ। ਕੋਈ ਪੰਡਤ ਬਣ ਕੇ ਵੇਦ ਆਦਿਕ ਧਰਮ ਪੁਸਤਕਾਂ ਖੋਜਦਾ ਰਹਿੰਦਾ ਹੈ। ਹੋਏ ਬੈਰਾਗੀ ਤੀਰਥ ਨਵੰਤਾ ਜੀਓ। ਕੋਈ ਦੁਨੀਆ ਦੇ ਵੈਰਾਗਵਾਨ ਹੋ ਕੇ ਹਰੇਕ ਤੀਰਥ ਉੱਤੇ ਇਸ਼ਨਾਨ ਕਰਦਾ ਫਿਰਦਾ ਹੈ। ਗੀਤ ਨਾਦ ਕੀਰਤਨ ਗਵੰਤਾ ਜੀਓ। ਕੋਈ ਗੀਤ ਗਾਉਂਦਾ ਹੈ, ਨਾਦ ਵਜਾਉਂਦਾ ਹੈ ਅਤੇ ਕੀਰਤਨ ਗਾਉਂਦਾ ਹੈ। ਹਰ ਨਿਰਭਉ ਨਾਮ ਧਿਆਈ ਜੀਓ। ਪਰ ਮੈਂ ਪਰਮਾਤਮਾ ਦਾ ਉਹ ਨਾਮ ਜਪਦਾ ਰਹਿੰਦਾ ਹਾਂ ਜੋ ਮੇਰੇ ਅੰਦਰ ਨਿਰਭੈਤਾ ਪੈਦਾ ਕਰਦਾ ਹੈ। ਭਏ ਕਿਰਪਾਲ ਸੁਆਮੀ ਮੇਰੇ ਜੀਓ। ਜਿਨ੍ਹਾਂ ਮਨੁੱਖਾਂ ਉੱਤੇ ਮੇਰਾ ਸੁਆਮੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ। ਪਤਿਤ ਪਵਿੱਤ ਲਗ ਗੁਰ ਕੈ ਪੈਰੇ ਜੀਓ। ਉਹ ਮਨੁੱਖ ਗੁਰੂ ਦੇ ਚਰਨੀ ਲੱਗ ਕੇ ਪਹਿਲਾਂ ਵਿਕਾਰਾਂ ਵਿੱਚ ਡਿੱਗੇ ਹੋਏ ਹੁੰਦੇ ਵੀ ਸੱਚੇ ਆਚਰਨ ਵਾਲੇ ਬਣ ਜਾਂਦੇ ਹਨ, ਜਿਨ੍ਹਾਂ 'ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ, ਨਜ਼ਰ ਹੁੰਦੀ ਹੈ। ਚਰਨੀ ਲੱਗਣਾ ਭਾਵ ਗੁਰੂ ਦੇ ਸ਼ਬਦ ਵਿੱਚ ਜੁੜਨਾ, ਗੁਰੂ ਦੀ ਮੱਤ 'ਤੇ ਚੱਲਣਾ, ਇਹੀ ਗੁਰੂ ਦੇ ਪੈਰਾਂ ਦੇ ਚਰਨੀ ਲੱਗਣਾ ਹੈ, ਚਰਨਾਂ ਦੀ ਧੂੜ ਬਣਨਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 217 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਹਨ? ਪੰਜਵੇਂ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਸਮਝਾ ਰਹੇ ਨੇ। ਪਰਮ ਪਉ ਕਾਟ ਕੀਏ ਨਿਰਵੈਰੈ ਜੀਓ। ਗੁਰੂ ਉਹਨਾਂ ਦੇ ਅੰਦਰੋਂ ਮਾਇਆ ਦੀ ਭਟਕਣਾ ਦੂਰ ਕਰਕੇ, ਹਰੇਕ ਕਿਸਮ ਦੀ ਮਲੀਨ ਡਰ ਦੂਰ ਕਰਕੇ ਉਹਨਾਂ ਮਨੁੱਖਾਂ ਨੂੰ ਨਿਰਵੈਰ ਬਣਾ ਦਿੰਦਾ ਹੈ। ਭਾਵ ਕਿਸੇ ਨਾਲ ਉਸ ਦਾ ਵੈਰ ਨਹੀਂ ਰਹਿ ਜਾਂਦਾ। ਨਿਰਵੈਰ, ਕਿਸੇ ਨਾਲ ਵੈਰ ਨਹੀਂ ਰਹਿੰਦਾ, ਸਭਨਾਂ ਦਾ ਮਿੱਤਰ ਬਣ ਜਾਂਦੇ ਨੇ। ਗੁਰ ਮਨ ਕੀ ਆਸ ਪਰਾਈ ਜੀਓ।
हे ਗੁਰੂ ਤੂੰ ਹੀ ਮੇਰੇ ਮਨ ਦੀ ਵੀ ਸਿਮਰਨ ਦੀ ਆਸ ਪੂਰੀ ਕੀਤੀ ਹੈ। ਜਿਨ ਨਾਉ ਪਾਇਆ ਸੋ ਧਨਵੰਤਾ ਜੀਓ। ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਧਨ ਲੱਭ ਲਿਆ ਹੈ ਉਹ ਧਨਾੜ ਬਣ ਗਿਆ ਹੈ, ਅਮੀਰ ਬਣ ਗਿਆ ਹੈ। ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਓ। ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ ਉਹ ਲੋਕ ਪਰਲੋਕ ਵਿੱਚ ਸੋਭਾ ਵਾਲਾ ਹੋ ਗਿਆ ਹੈ, ਭਾਵ ਉਸ ਨੂੰ ਵਡਿਆਈ ਮਿਲਦੀ ਹੈ ਲੋਕ ਵਿੱਚ ਵੀ ਪਰਲੋਕ ਵਿੱਚ ਵੀ। ਜਿਸ ਸਾਧ ਸੰਗਤ ਤਿਸ ਸਭ ਸੋ ਕਰਨੀ ਜੀਓ। ਜਿਸ ਮਨੁੱਖ ਨੂੰ ਗੁਰੂ ਦੀ ਸੰਗਤ ਮਿਲ ਗਈ ਹੈ ਉਸ ਦੀ ਸਾਰੀ ਸ੍ਰੇਸ਼ਟ ਕਰਨੀ ਬਣ ਗਈ ਹੈ। ਜਨ ਨਾਨਕ ਸਹਿਜ ਸਮਾਈ ਜੀਓ। ਹੇ ਦਾਸ ਨਾਨਕ, ਉਸ ਮਨੁੱਖ ਨੂੰ ਆਤਮਕ ਅਡੋਲਤਾ ਵਿੱਚ ਅਲੀਨਤਾ ਪ੍ਰਾਪਤ ਹੋ ਗਈ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੌੜੀ ਮਹੱਲਾ ਪੰਜਵਾਂ ਮਾਝ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਆਪਾਂ ਨੂੰ ਕੀ ਸਮਝਾ ਰਹੇ ਨੇ ਗੌੜੀ ਮਾਝ ਬਾਣੀ ਵਿੱਚ। ਆਓ ਹਮਾਰੇ ਰਾਮ ਪਿਆਰੇ ਜੀਓ। ਇਹ ਮੇਰੇ ਪਿਆਰੇ ਰਾਮ ਜੀ ਮੇਰੇ ਹਿਰਦੇ ਵਿੱਚ ਆਵਸ ਰਹਿਣ ਦਿਨਸ ਸਾਸ ਸਾਸ ਚਿਤਾਰੇ ਜੀਓ। ਮੈਂ ਰਾਤ ਦਿਨ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਹਾਂ। ਸੰਤ ਦਿਓ ਸੰਦੇਸ਼ਾ ਪੈ ਚਰਨਾਰੇ ਜੀਓ। ਤੇਰੇ ਸੰਤ ਜਨਾਂ ਦੀ ਚਰਨੀ ਪੈ ਕੇ ਮੈਂ ਤੇਰੇ ਵੱਲ ਸੁਨੇਹਾ ਭੇਜਦਾ ਹਾਂ। ਤੁਧ ਬਿਨ ਕਿਤ ਬਿਦ ਤਰੀਐ ਜੀਓ। ਕਿ ਹੇ ਮੇਰੇ ਪਿਆਰੇ ਰਾਮ ਜੀ ਮੈਂ ਤੈਥੋਂ ਬਿਨਾਂ ਕਿਸੇ ਤਰ੍ਹਾਂ ਵੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ। ਸੰਗ ਤੁਮਾਰੈ ਮੈਂ ਕਰੇ ਆਨੰਦਾ ਜੀਓ। ਹੇ ਮੇਰੇ ਪਿਆਰੇ ਰਾਮ ਜੀ ਤੇਰੀ ਸੰਗਤ ਵਿੱਚ ਰਹਿ ਕੇ ਹੀ ਮੈਂ ਆਨੰਦ ਮਾਣਦਾ ਹਾਂ। ਵਨ ਤਿੰਨ ਤਿਰ ਪਮਨ ਸੁਖ ਪਰਮਾਨੰਦਾ ਜੀਓ। ਸਾਰੀ ਬਨਸਪਤੀ ਸਾਰੀ ਬਨਸਪਤੀ ਵਿੱਚ ਤੇ ਤਿੰਨਾਂ ਭਵਨਾਂ ਵਾਲੇ ਸੰਸਾਰ ਵਿੱਚ ਤੈਨੂੰ ਵੇਖ ਕੇ ਮੈਂ ਪਰਮ ਸੁੱਖ ਪਰਮ ਆਨੰਦ ਅਨੁਭਵ ਕਰਦਾ ਹਾਂ। ਸੇਜ ਸੁਭਾਵੀ ਇਹੋ ਮਨ ਬਿਸੰਦਾ ਜੀਓ ਬਿਗਸੰਦਾ ਜੀਓ। ਮੇਰੇ ਹਿਰਦੇ ਦੀ ਸੇਜ ਸੋਹਣੀ ਬਣ ਗਈ ਹੈ। ਮੇਰਾ ਇਹ ਮਨ ਖਿੜ ਪਿਆ ਹੈ। ਪੇਖ ਦਰਸ਼ਨ ਇਹੋ ਸੁਖ ਲਈਐ ਜੀਓ। ਹੇ ਮੇਰੇ ਪਿਆਰੇ ਰਾਮ ਜੀ ਤੇਰੇ ਦਰਸ਼ਨ ਕਰਕੇ ਇਹ ਆਤਮਿਕ ਸੁੱਖ ਮਿਲਦਾ ਹੈ। ਚਰਨ ਪਖਾਰ ਕਰੀ ਨਿਤ ਸੇਵਾ ਜੀਓ। ਹੇ ਮੇਰੇ ਰਾਮ ਜੀ ਮਿਹਰ ਕਰ ਮੈਂ ਤੇਰੇ ਸੰਤ ਜਨਾਂ ਦੇ ਚਰਨ ਧੋ ਕੇ ਉਹਨਾਂ ਦੀ ਸਦਾ ਸੇਵਾ ਕਰਦਾ ਰਹਾਂ। ਪੂਜਾ ਅਰਚਾ ਬੰਧਨ ਦੇਵਾ ਜੀਓ। ਇਹੀ ਮੇਰੇ ਵਾਸਤੇ ਦੇਵ ਪੂਜਾ ਹੈ। ਇਹੀ ਮੇਰੇ ਲਈ ਦੇਵਤਿਆਂ ਅੱਗੇ ਫੁੱਲਾਂ ਦੀ ਭੇਟ ਹੈ। ਇਹੀ ਦੇਵਤਿਆਂ ਅੱਗੇ ਨਮਸਕਾਰ ਹੈ। ਦਾਸਨ ਦਾਸ ਨਾਮ ਜਪ ਲੇਵਾ ਜੀਓ। ਕਿ ਮੈਂ ਤੇਰੇ ਦਾਸਾਂ ਦਾ ਦਾਸ ਹੋ ਕੇ ਸਦਾ ਤੇਰਾ ਨਾਮ ਜਪਦਾ ਰਹਾਂ। ਬਿਨੋ ਠਾਕੁਰ ਪਹਿ ਕਹੀਐ ਜੀਓ। ਹੇ ਮੇਰੇ ਪਿਆਰੇ ਰਾਮ ਜੀ ਤੇਰੇ ਸੰਤ ਜਨਾਂ ਪਾਸ ਮੈਂ ਬੇਨਤੀ ਕਰਦਾ ਹਾਂ ਕਿ ਮਾਲਕ ਪ੍ਰਭੂ ਪਾਸ ਮੇਰੀ ਇਹੋ ਬੇਨਤੀ ਆਖਣੀ ਹੈ। ਇਛ ਪੁੰਨੀ ਮੇਰੀ ਤਨ ਮਨ ਤਨ ਹਰਿਆ ਜੀਓ। ਪਿਆਰੇ ਰਾਮ ਜੀ ਦੀ ਕਿਰਪਾ ਨਾਲ ਮੇਰੀ ਉਸ ਦੇ ਮਿਲਾਪ ਦੀ ਇੱਛਾ ਪੂਰੀ ਹੋ ਗਈ ਹੈ। ਮੇਰਾ ਮਨ ਆਤਮਿਕ ਜੀਵਨ ਵਾਲਾ ਹੋ ਗਿਆ ਹੈ। ਮੇਰਾ ਸਰੀਰ ਭਾਵ ਹਰੇਕ ਗਿਆਨ ਇੰਦਰਾ ਹਰਾ ਹੋ ਗਿਆ ਹੈ। ਦਰਸ਼ਨ ਪੇਖਤ ਸਭ ਦੁਖ ਪਰ ਹਰਿਆ ਜੀਓ। ਪਿਆਰੇ ਰਾਮ ਜੀ ਦਰਸ਼ਨ ਕਰਦਿਆਂ ਮੇਰਾ ਸਾਰਾ ਦੁੱਖ ਦੂਰ ਹੋ ਗਿਆ ਹੈ। ਹਰ ਹਰ ਨਾਮ ਜਪੇ ਜਪ ਤਰਿਆ ਜੀਓ। ਪਿਆਰੇ ਰਾਮ ਜੀ ਦਾ ਨਾਮ ਜਪ ਜਪ ਕੇ ਮੈਂ ਸੰਸਾਰ ਸਮੁੰਦਰ ਨੂੰ ਪਾਰ ਕਰ ਲਿਆ ਹੈ ਜੀ। ਇਹੋ ਅਰਜ ਨਾਨਕ ਸੁਖ ਸਹੀ ਹੈ ਜੀਓ। ਹੇ ਨਾਨਕ ਉਸ ਪਿਆਰੇ ਰਾਮ ਜੀ ਦਾ ਦਰਸ਼ਨ ਕੀਤਿਆਂ ਇਹ ਇੱਕ ਐਸਾ ਸੁੱਖ ਮੰਨ ਲਈਦਾ ਹੈ ਕਿ ਜੋ ਕਦੇ ਘਟ ਹੋਣ ਵਾਲਾ ਨਹੀਂ ਹੈ। ਗੌੜੀ ਮਾਝ ਮਹੱਲਾ ਪੰਜਵਾਂ। ਗੌੜੀ ਮਾਝ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਸੁਣ ਸੁਣ ਸਾਜਨ ਮਨ ਮਿੱਤ ਪਿਆਰੇ ਜੀਓ। ਹੇ ਮੇਰੇ ਪਿਆਰੇ ਸੱਜਣ ਪ੍ਰਭੂ। ਹੇ ਮੇਰੇ ਮਨ ਦੇ ਮਿੱਤਰ ਪ੍ਰਭੂ। ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ ਮੇਰੀ ਬੇਨਤੀ ਧਿਆਨ ਨਾਲ ਸੁਣ।
ਮਨ ਤਨ ਤੇਰਾ ਇਹੋ ਜੀਓ ਬੇਵਾਰੇ ਜੀਓ। ਮੇਰਾ ਇਹ ਤਨ ਤੇਰਾ ਦਿੱਤਾ ਹੋਇਆ ਹੈ, ਮੇਰਾ ਇਹ ਸਰੀਰ ਤੇਰਾ ਦਿੱਤਾ ਹੋਇਆ ਹੈ, ਮੇਰੀ ਇਹ ਜਿੰਦ ਵੀ ਤੇਰੀ ਦਿੱਤੀ ਹੋਈ ਹੈ। ਮੈਂ ਇਹ ਸਭ ਕੁਝ ਤੈਥੋਂ ਕੁਰਬਾਨ ਕਰਦਾ ਹਾਂ। ਵਿਸਰ ਨਾਹੀਂ ਪ੍ਰਭ ਪ੍ਰਾਣ ਆਧਾਰੇ ਜੀਓ। ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ, ਮੈਨੂੰ ਭੁਲਾ ਨਾ। ਸਦਾ ਤੇਰੀ ਸਰਨਾਈ ਜੀਓ। ਮੈਂ ਸਦਾ ਤੇਰੀ ਸ਼ਰਨ ਪਿਆ ਰਹਾਂ। ਜਿਸ ਮਿਲਿਐ ਮਨ ਜੀਵੈ ਭਾਈ ਜੀਓ। ਹੇ ਭਾਈ, ਜਿਸ ਹਰ ਪ੍ਰਭੂ ਨੂੰ ਮਿਲਿਆ ਆਤਮਕ ਜੀਵਨ ਲੱਭ ਪੈਂਦਾ ਹੈ। ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ। ਉਹ ਹਰ ਪ੍ਰਭੂ ਗੁਰੂ ਦੀ ਕਿਰਪਾ ਨਾਲ ਹੀ ਮਿਲ ਸਕਦਾ ਹੈ। ਸਭ ਕਿਛ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ। ਮੇਰਾ ਮਨ ਤਨ ਸਭ ਕੁਝ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ। ਜਗਤ ਦੀਆਂ ਸਾਰੀਆਂ ਥਾਵਾਂ ਪ੍ਰਭੂ ਦੀਆਂ ਹੀ ਹਨ। ਹਾਵ ਸਾਰੀ ਜਗ੍ਹਾ 'ਤੇ ਉਹ ਪ੍ਰਭੂ ਦਾ ਹੀ ਵਾਸਾ ਹੈ। ਪ੍ਰਭ ਕੋ ਸਦ ਬਲ ਜਾਈ ਜੀਓ। ਮੈਂ ਸਦਾ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਇਹੋ ਨਿਦਾਨ ਜਪੇ ਵਡਭਾਗੀ ਜੀਓ। ਪਰਮਾਤਮਾ ਦਾ ਇਹ ਨਾਮ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ। ਕੋਈ ਭਾਗਾਂ ਵਾਲਾ ਮਨੁੱਖ ਇਹ ਨਾਮ ਜਪਦਾ ਹੈ। ਨਾਮ ਨਿਰੰਜਨ ਏਕ ਲਿਵ ਲਾਗੀ ਜੀਓ। ਪਵਿੱਤਰ ਸਰੂਪ ਪ੍ਰਭੂ ਦੇ ਨਾਮ ਨਾਲ ਉਸ ਵਡਭਾਗੀ ਮਨੁੱਖ ਦੀ ਲਗਨ ਲੱਗ ਜਾਂਦੀ ਹੈ। ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ। ਜਿਸ ਵਡਭਾਗੀ ਮਨੁੱਖ ਨੇ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ। ਭਾਵ ਪੂਰਾ ਗੁਰੂ ਆਪਣਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ਼ਬਦ ਗੁਰੂ ਹੈ ਔਰ ਸੁਰਤ ਆਪਣੀ ਸੇਵਕ ਹੈ। ਗੁਰੂ ਨਾਨਕ ਸਾਹਿਬ ਨੇ ਦੱਸਿਆ ਆਪਾਂ ਨੂੰ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਅਤੇ ਆਪਣਾ ਪੂਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਠ ਪਹਿਰ ਗੁਣ ਗਾਇਆ ਜੀਓ। ਉਹ ਅੱਠੇ ਪਹਿਰ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ। ਰਤਨ ਪਦਾਰਥ ਹਰ ਨਾਮ ਤੁਮਹਾਰਾ ਜੀਓ। ਹੇ ਮੇਰੇ ਪਿਆਰੇ ਸੱਜਣ ਪ੍ਰਭੂ, ਹੇ ਹਰੀ, ਤੇਰਾ ਨਾਮ ਕੀਮਤੀ ਪਦਾਰਥਾਂ ਦਾ ਸੋਮਾ ਹੈ। ਤੂੰ ਸੱਚਾ ਸਾਹੋ ਭਗਤ ਵਣਜਾਰਾ ਜੀਓ। ਹੇ ਹਰੀ, ਤੂੰ ਸਦਾ ਕਾਇਮ ਰਹਿਣ ਵਾਲਾ ਹੈ। ਉਹਨਾਂ ਰਤਨ ਪਦਾਰਥਾਂ ਦਾ ਸ਼ਾਹੂਕਾਰ ਹੈ। ਤੇਰਾ ਭਗਤ ਉਹਨਾਂ ਰਤਨ ਪਦਾਰਥਾਂ ਦਾ ਵਣਜ ਕਰਨ ਵਾਲਾ ਹੈ, ਭਾਵ ਵਪਾਰ ਕਰਨ ਵਾਲਾ ਹੈ। ਹਰ ਤਨ ਰਾਸ ਸੱਚ ਵਪਾਰਾ ਜੀਓ। ਹੇ ਹਰੀ, ਤੇਰਾ ਨਾਮ ਧਨ ਤੇਰੇ ਭਗਤ ਦਾ ਸਰਮਾਇਆ ਹੈ। ਤੇਰਾ ਭਗਤ ਇਹੀ ਸਦਾ ਥਿਰ ਰਹਿਣ ਵਾਲਾ ਵਣਜ ਕਰਦਾ ਹੈ, ਇਹੀ ਵਪਾਰ ਕਰਦਾ ਤੇਰਾ ਭਗਤ। ਜਨ ਨਾਨਕ ਸਦ ਬਲਹਾਰਾ ਜੀਓ। ਦਾਸ ਨਾਨਕ ਤੈਥੋਂ ਤੇ ਤੇਰੇ ਭਗਤ ਤੋਂ ਸਦਾ ਕੁਰਬਾਨ ਜਾਂਦਾ ਹੈ। ਰਾਗ ਗੌੜੀ ਮਾਝ ਮਹੱਲਾ ਪੰਜਵਾਂ। ਰਾਗ ਗੌੜੀ ਮਾਝ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ, ਗੁਰੂ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਹਨ। ਤੂੰ ਮੇਰਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਅਤੇ ਉਹ ਸੱਚੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਤੂੰ ਮੇਰਾ ਬਹੁਮਾਨ ਕਰਤੇ, ਤੂੰ ਮੇਰਾ ਬਹੁਮਾਨ। ਹੇ ਕਰਤਾਰ, ਤੂੰ ਮੇਰੇ ਵਾਸਤੇ ਫਕਰ ਦੀ ਥਾਂ ਹੈ, ਤੂੰ ਮੇਰਾ ਮਾਣ ਹੈ। ਜੋਰ ਤੁਮਾਰੈ ਸੁਖ ਵਸਾ, ਸੱਚ ਸ਼ਬਦ ਨਿਸ਼ਾਨ ਜੀ ਰਹਾਓ। ਹੇ ਕਰਤਾਰ, ਤੇਰਾ ਬਲ ਦੇ ਆਸਰੇ ਮੈਂ ਸੁੱਖ ਨਾਲ ਵਸਦਾ ਹਾਂ। ਤੇਰੀ ਸਦਾ ਥਿਰ ਸਿਫਤ ਸਲਾਹ ਹੀ ਦੀ ਬਾਣੀ ਮੇਰੇ ਜੀਵਨ ਸਫ਼ਰ ਵਿੱਚ ਮੇਰੇ ਵਾਸਤੇ ਰਾਹਦਾਰੀ ਹੈ। ਰਹਾਓ, ਰੁਕ ਜਾਣਾ, ਠਹਿਰ ਜਾਣਾ। ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆ। ਹੇ ਕਰਤਾਰ, ਮਾਇਆ ਵਿੱਚ ਮੋਹਿਆ ਜੀਵ ਪਰਮਾਰਥ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਮਝਦਾ ਵੀ ਹੈ, ਪਰ ਫਿਰ ਵੀ ਪ੍ਰਵਾਹ ਨਹੀਂ ਕਰਦਾ। ਕਦ ਹੀ ਸੁਰਤ ਨਾ ਲੱਥੀਆ ਮਾਇਆ ਮੋਹੜਿਆ। ਮਾਇਆ ਵਿੱਚ ਮੋਹਿਆ ਜੀਵ ਦੇ ਤੇ ਕਦੇ ਵੀ ਪਰਮਾਰਥ ਵੱਲ ਧਿਆਨ ਨਹੀਂ ਦਿੰਦਾ। ਦੇ ਬੁਝਾਰਤ ਸਾਰਤਾ ਸੇ ਅੱਖੀ ਡਿਠੜਿਆ। ਜੇ ਕੋਈ ਗੁਰਮੁਖ ਕੋਈ ਇਸ਼ਾਰਾ ਜਾਂ ਬੁਝਾਣੀ ਦਿੰਦਾ ਵੀ ਹੈ,
ਕਿ ਇੱਥੇ ਸਦਾ ਨਹੀਂ ਬਹਿ ਰਹਿਣਾ। ਫਿਰ ਉਹ ਗਾਲਾਂ ਅੱਖੀ ਵੀ ਵੇਖ ਲਈਆਂ ਦੀਆਂ ਹਨ ਕਿ ਸਭ ਤੁਰੇ ਜਾ ਰਹੇ ਹਨ, ਪਰ ਫਿਰ ਵੀ ਇਹ ਜੀਵ ਨਹੀਂ ਸਮਝਦਾ, ਸਾਰਾ ਕੁਝ ਦੇਖਦੇ ਹੋਏ ਵੀ ਅਣਜਾਣ ਬਣਿਆ ਹੋਇਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 218 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਸਾਹਿਬ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਕੋਈ ਜੇ ਮੂਰਖ ਲੋਭੀਆ ਮੂਲ ਨਾ ਸੁਣੀ ਕਹਿਆ। ਪਰ ਜੀਵ ਐਸਾ ਕੋਈ ਮੂਰਖ ਲੋਭੀ ਹੈ ਕਿ ਅਜਿਹੀ ਆਖੀ ਹੋਈ ਗੱਲ ਬਿਲਕੁਲ ਨਹੀਂ ਸੁਣਦਾ। ਇਕਸ ਦੋਹ ਚਹੋ ਕਿਆ ਗਣੀ, ਸਭ ਇਕਤ ਸਾਧ ਮੁੱਠੀ। ਮੈਂ ਕਿਸੇ ਇੱਕ ਦੀ, ਦੋਹ ਦੀ, ਚੌਹਾਂ ਦੀ ਕੀ ਗੱਲ ਦੱਸਾਂ। ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ। ਸਾਰੀ ਸ੍ਰਿਸ਼ਟੀ ਇੱਕੋ ਹੀ ਸਵਾਦ ਵਿੱਚ ਠੱਗੀ ਜਾ ਰਹੀ ਹੈ। ਉਹ ਸਵਾਦ ਕਿਹੜਾ ਹੈ? ਮੋਹ ਦਾ, ਮਾਇਆ ਦਾ। ਇਸ ਗੁਰੂ ਸਾਹਿਬ ਜੀ ਕਹਿ ਰਹੇ ਕਿ ਸਾਰੀ ਸ੍ਰਿਸ਼ਟੀ ਦਾ ਇਹੋ ਹਾਲ ਹੈ, ਸਾਰੀ ਠੱਗੀ ਜਾ ਰਹੀ ਹੈ। ਇੱਕ ਅਧ ਨਾਏ ਰਸੀਆੜਾ ਕਾ ਵਿਰਲੀ ਜਾਏ ਬੁੱਠੀ। ਕੋਈ ਵਿਰਲਾ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਰਸ ਲੈਣ ਵਾਲਾ ਹੈ। ਕੋਈ ਵਿਰਲਾ ਹਿਰਦਾ ਥਾਂ ਵਰਸੋਇਆ ਹੋਇਆ ਮਿਲਦਾ ਹੈ, ਭਾਵ ਜਿਸ ਵਿੱਚ ਉਸ ਗੁਰੂ ਦਾ ਵਾਸਾ ਹੈ, ਜਿਸ ਵਿੱਚ ਗੁਰੂ ਵਸ ਰਿਹਾ ਹੈ, ਕੋਈ ਵਿਰਲਾ ਮਨੁੱਖ ਹੀ ਮਿਲਦਾ ਹੈ। ਭਗਤ ਸੱਚੇ ਦਰ ਸੋਹੰਦੇ, ਆਨੰਦ ਕਰਹਿ ਦਿਨ ਰਾਤ ਸੋਹਿਦੇ। ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ 'ਤੇ ਸ਼ੋਭਾ ਪਾਉਂਦੇ ਹਨ ਅਤੇ ਦਿਨ ਰਾਤ ਆਤਮਿਕ ਆਨੰਦ ਮਾਣਦੇ ਹਨ। ਰੰਗ ਰੱਤੇ ਪਰਮੇਸ਼ਰੈ, ਜਨ ਨਾਨਕ ਤਿੰਨ ਬਲ ਜਾਤ। ਦਾਸ ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ ਜੋ ਪਰਮੇਸ਼ਵਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ। ਗੋੜੀ ਮਹੱਲਾ ਪੰਜਵਾਂ। ਮਾਝ ਮਹੱਲਾ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਕੀ ਸਮਝਾ ਰਹੇ ਆਪਾਂ ਨੂੰ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਹੇ ਪ੍ਰਭੂ, ਤੇਰਾ ਨਾਮ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਤੇਰਾ ਨਾਮ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਆਠ ਪੈਰ ਆਰਾਧੀਐ ਪੂਰਨ ਸਤਿਗੁਰੂ ਗਿਆਨ ਰਾਓ। ਇਹ ਨਾਮ ਅੱਠੇ ਪੈਰ ਸਿਮਰਨਾ ਚਾਹੀਦਾ ਹੈ। ਪੂਰੇ ਸਤਿਗੁਰੂ ਦਾ ਇਹੀ ਉਪਦੇਸ਼ ਹੈ, ਇਹੀ ਸਲਾਹ ਹੈ ਆਪਾਂ ਨੂੰ। ਜੋ ਪਰਮਾਤਮਾ ਦਾ ਨਾਮ ਨਾਲ ਡੂੰਘੀ ਸਾਂਝ ਪਾ ਸਕਦਾ ਹੈ। ਰਹਾਉ ਰੁਕ ਜਾਣਾ। ਜਿਤ ਘਟ ਵਸੇ ਪਾਰ ਬ੍ਰਹਮ ਸੋਈ ਸੁਹਾਵਾ ਥਾਓ। ਜਿਸ ਹਿਰਦੇ ਵਿੱਚ ਪਰਮਾਤਮਾ ਆ ਵਸਦਾ ਹੈ, ਉਹੀ ਹਿਰਦਾ ਥਾਂ ਸੋਹਣਾ ਬਣ ਜਾਂਦਾ ਹੈ। ਭਾਵ ਇਹ ਆਪਣਾ ਸਰੀਰ ਹੈ, ਜੋ ਹਰਿਮੰਦਰ ਇਹ ਸਰੀਰ ਹੈ, ਜਿਸ ਦੇ ਅੰਦਰ ਪਰਮਾਤਮਾ ਵਸ ਜਾਂਦਾ, ਉਹੀ ਇਹ ਤਨ ਸੋਹਣਾ ਬਣ ਜਾਂਦਾ ਹੈ। ਉਸਦੇ ਵਿਚਾਰ ਸੋਹਣੇ ਲੱਗਣ ਲੱਗ ਜਾਂਦੇ ਆਪਾਂ ਨੂੰ। ਗੁਰੂ ਸਾਹਿਬ ਜੀ ਦੀ ਮਿਹਰ ਸਦਕਾ, ਬਖਸ਼ਿਸ਼ ਸਦਕਾ। ਜਮ ਕੰਕਰ ਨੇੜ ਨਾ ਆਵਈ, ਰਸਨਾ ਹਰ ਗੁਣ ਗਾਓ। ਜਿਹੜੇ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਹੈ, ਜਮਦੂਤ ਉਸ ਦੇ ਨੇੜੇ ਨਹੀਂ ਟੁਕਦਾ। ਉਸ ਨੂੰ ਮੌਤ ਦਾ ਡਰ ਪੋ ਨਹੀਂ ਸਕਦਾ, ਭਾਵ ਉਸ ਨੂੰ ਮੌਤ ਦਾ ਡਰ ਸਤਾਉਂਦਾ ਨਹੀਂ। ਸੇਵਾ ਸੁਰਤ ਨਾ ਜਾਨੀਆਂ, ਨਾ ਜਾਪੈ ਆਰਾਧ। ਮੈਂ ਹੁਣ ਤੱਕ ਤੇਰੀ ਸੇਵਾ ਭਗਤੀ ਦੀ ਸੂਝ ਦੀ ਕਦਰ ਨਾ ਜਾਣੀ। ਮੈਨੂੰ ਤੇਰਾ ਨਾਮ ਦਾ ਆਰਾਧਨਾ ਕਰਨਾ ਨਹੀਂ ਸੁਝਿਆ। ਓਟ ਤੇਰੀ ਜਗ ਜੀਵਨਾ, ਮੇਰੇ ਠਾਕੁਰ ਅਗਮ ਅਗਾਧ। ਹੇ ਜਗਤ ਦੀ ਜ਼ਿੰਦਗੀ ਦੇ ਆਸਰੇ, ਹੇ ਮੇਰੇ ਪਾਲਣਹਾਰ ਮਾਲਕ, ਹੇ ਅਪਹੁੰਚ ਪ੍ਰਭੂ ਜਿਸ ਤੱਕ ਕਿਸੇ ਦੀ ਪਹੁੰਚ ਨਹੀਂ, ਇਹ ਅਥਾਹ ਪ੍ਰਭੂ। ਪਰ ਹੁਣ ਮੈਂ ਤੇਰਾ ਆਸਰਾ ਲਿਆ ਹੈ। ਪਾਏ ਕਿਰਪਾਲ ਗੁਸਾਈਆ, ਨੱਠੈ ਸੋਗ ਸੰਤਾਪ। ਸ੍ਰਿਸ਼ਟੀ ਦੇ ਮਾਲਕ ਪ੍ਰਭੂ ਜਿਸ ਮਨੁੱਖ ਉੱਤੇ ਦਇਆਵਾਨ ਹੁੰਦੇ ਹਨ, ਉਸ ਦੇ ਸਾਰੇ ਫਿਕਰ ਅਤੇ ਕਲੇਸ਼ ਮਿਟ ਜਾਂਦੇ ਹਨ। ਤਾਤੀ ਵਾਓ ਨਾ ਲੱਗ ਗਈ, ਸਤਿਗੁਰੂ ਰੱਖੇ ਆਪ। ਜਿਸ ਮਨੁੱਖ ਦੀ ਗੁਰੂ ਨੇ ਆਪ ਰੱਖਿਆ ਕੀਤੀ ਹੈ, ਉਸ ਨੂੰ ਸੋਗ ਸੰਤਾਪ ਆਦਿਕ ਦਾ ਸੇਕ ਪੋ ਨਹੀਂ ਸਕਦਾ, ਭਾਵ ਉਸ ਦੇ ਨੇੜੇ ਨਹੀਂ ਆਉਂਦਾ। ਸੇਕ ਭਾਵ ਦੁੱਖ ਤਕਲੀਫ ਉਸ ਦੇ ਨੇੜੇ ਨਹੀਂ ਆਉਂਦੇ, ਜਿਸ 'ਤੇ ਗੁਰੂ ਸਾਹਿਬ ਦੀ ਨਜ਼ਰ ਬਖਸ਼ਿਸ਼ ਹੁੰਦੀ ਹੈ।
ਗੁਰ ਨਰੈਣ ਦਇਆ ਗੁਰ ਗੁਰ ਸੱਚਾ ਸਿਰਜਣਹਾਰ। ਗੁਰੂ ਨਰੈਣ ਦਾ ਰੂਪ ਹੈ। ਗੁਰੂ ਸਭ ਤੇ ਦਇਆ ਕਰਨ ਵਾਲੇ ਪ੍ਰਭੂ ਦਾ ਸਰੂਪ ਹੈ। ਗੁਰੂ ਉਸ ਕਰਤਾਰ ਦਾ ਰੂਪ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ। ਗੁਰ ਤੁਠੈ ਸਭ ਕਿਛ ਪਾਇਆ, ਜਨ ਨਾਨਕ ਸਦ ਬਲਹਾਰ। ਜੇ ਗੁਰੂ ਪ੍ਰਸੰਨ ਹੋ ਜਾਏ ਤਾਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਹੇ ਦਾਸ ਨਾਨਕ, ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ। ਗੌੜੀ ਮਾਝ ਮਹੱਲਾ ਪੰਜਵਾਂ। ਗੌੜੀ ਮਾਝ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਹਰ ਰਾਮ 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 ਰਾਮਾ, ਸਦਾ ਪਰਮਾਤਮਾ ਦਾ ਨਾਮ। ਜਪ ਪੂਰਨ ਹੋਵੈ ਕਾਮਾ, ਰਹਾਉ ਜਪ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ। ਰਹਾਉ ਰੁਕ ਜਾਣਾ। ਰਾਮ ਗੋਬਿੰਦ ਜਪਦਿਆਂ ਹੋਵਾ ਮੁਖ ਪਵਿੱਤਰ। ਰਾਮ ਰਾਮ ਗੋਬਿੰਦ ਗੋਬਿੰਦ ਜਪਦਿਆਂ ਮੂੰਹ ਪਵਿੱਤਰ ਹੋ ਜਾਂਦਾ ਹੈ। ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ। ਦੁਨੀਆ ਵਿੱਚ ਉਹੀ ਮਨੁੱਖ ਅਸਲ ਭਰਾ ਹੈ, ਅਸਲ ਮਿੱਤਰ ਹੈ, ਜਿਸ ਪਾਸੋਂ ਪਰਮਾਤਮਾ ਦੀ ਸਿਫਤ ਸਲਾਹ ਸੁਣੀ ਜਾਏ। ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ। ਜਿਸ ਦੇ ਵਸ ਵਿੱਚ ਦੁਨੀਆ ਦੇ ਸਾਰੇ ਪਦਾਰਥ, ਸਾਰੇ ਫਲ ਅਤੇ ਸਾਰੇ ਆਤਮਕ ਗੁਣ ਹਨ। ਗੁਣ ਕਿਉਂ ਗੋਬਿੰਦ ਮਨੋ ਵਿਸਾਰੀਐ। ਜਿਸ ਸਿਮਰਤ ਦੁੱਖ ਜਾਏ। ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ। ਜਿਸ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਜਿਸ ਲੜ ਲੱਗਿਆ ਜੀਵੀਐ ਭਵਜਲ ਪਾਈਐ ਪਾਰ। ਜਿਸ ਲੜ ਲੱਗਿਆ ਜੀਵੀਐ ਭਵਜਲ ਪਾਈਐ ਪਾਰ। ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਨਹੀਂ ਭੁਲਾਉਣਾ ਚਾਹੀਦਾ। ਜਿਸ ਦਾ ਆਸਰਾ ਲਿਆ ਆਤਮਕ ਜੀਵਨ ਮਿਲ ਜਾਂਦਾ ਹੈ। ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਮਿਲ ਸਾਧੂ ਸੰਗ ਉਧਾਰ ਹੋਏ, ਮੁਖ ਉਜਲ ਦਰਬਾਰ। ਗੁਰੂ ਦੀ ਸੰਗਤ ਵਿੱਚ ਮਿਲ ਕੇ ਜਿਸ ਦਾ ਸਿਮਰਨ ਕੀਤਿਆਂ ਵਿਕਾਰਾਂ ਤੋਂ ਬਚਾਓ ਹੋ ਜਾਂਦਾ ਹੈ ਅਤੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖਰੂ ਹੋ ਜਾਈਦਾ ਹੈ। ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ। ਗੋਪਾਲ ਪ੍ਰਭੂ ਦੀ ਸਿਫਤ ਸਲਾਹ ਆਤਮਕ ਜੀਵਨ ਦੇਣ ਵਾਲੀ ਹੈ। ਪ੍ਰਭੂ ਦੀ ਸਿਫਤ ਸਲਾਹ ਸੰਤ ਜਨਾਂ ਦੇ ਵਾਸਤੇ ਸਰਮਾਇਆ ਹੈ। ਨਾਨਕ ਉਬਰੇ ਨਾਮ ਜਪ ਦਰ ਸੱਚੇ ਸਾਬਾਸ। ਹੇ ਨਾਨਕ, ਪ੍ਰਭੂ ਦਾ ਨਾਮ ਜਪ ਕੇ ਸੰਤ ਜਨ ਵਿਕਾਰਾਂ ਤੋਂ ਬਚ ਨਿਕਲਦੇ ਹਨ ਅਤੇ ਸਦਾ ਥਿਰ ਪ੍ਰਭੂ ਦੇ ਦਰ 'ਤੇ ਸ਼ਾਬਾਸ਼ ਹਾਸਲ ਕਰਦੇ ਹਨ। ਗੌੜੀ ਮਾਝ ਮਹੱਲਾ ਪੰਜਵਾਂ। ਗੌੜੀ ਮਾਝ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ। ਹੇ ਮੇਰੀ ਜਿੰਦੇ, ਤੂੰ ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾ। ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾਉਂਦੀ ਰਿਹਾ ਕਰ। ਸੱਚੇ ਸੇਤੀ ਰਤਿਆ ਮਿਲਿਆ ਨਥਾਵੇ ਥਾਉ। ਰਹਾਉ ਤੂੰ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਨਾਲ ਰਤੇ ਰਿਹਾ। ਉਸ ਮਨੁੱਖ ਨੂੰ ਵੀ ਹਰ ਥਾਂ ਆਦਰ ਮਿਲ ਜਾਂਦਾ ਹੈ, ਜਿਸ ਨੂੰ ਪਹਿਲਾਂ ਕਿਤੇ ਵੀ ਢੋਈ ਨਹੀਂ ਮਿਲਦੀ ਸੀ। ਰਹਾਉ ਰੁਕ ਜਾਣਾ, ਠਹਿਰ ਜਾਣਾ। ਹੋਰ ਸਾਧ ਸਭ ਫਿੱਕਿਆ ਤਨ ਮਨ ਫਿੱਕਾ ਹੋਏ। ਹੇ ਮੇਰੀ ਜਿੰਦ, ਹਰੀ ਦੇ ਮਿੱਠੇ ਗੁਣਾਂ ਦੇ ਟਾਕਰੇ ਦੇ ਦੁਨੀਆ ਵਾਲੇ ਸਾਰੇ ਸਵਾਦ ਫਿੱਕੇ ਹਨ। ਇਹਨਾਂ ਸਵਾਦਾਂ ਵਿੱਚ ਪਿਆ ਸਰੀਰ ਹਰੇਕ ਗਿਆਨ ਇੰਦਰ ਫਿੱਕਾ ਰੁੱਖਾ ਹੋ ਜਾਂਦਾ ਹੈ। ਮਨ ਰੁੱਖਾ ਹੋ ਜਾਂਦਾ ਹੈ। ਵਿਨ ਪਰਮੇਸ਼ਰ ਜੋ ਕਰੈ ਫਿਟ ਸੋ ਜੀਵਨ ਸੋਏ। ਪਰਮੇਸ਼ਰ ਦਾ ਨਾਮ ਜਪਣ ਤੋਂ ਖੁੰਝ ਕੇ ਮਨੁੱਖ ਜੋ ਕੁਝ ਵੀ ਕਰਦਾ ਹੈ ਉਸ ਨਾਲ ਜ਼ਿੰਦਗੀ ਫਟਕਾਰਯੋਗ ਹੋ ਜਾਂਦੀ ਹੈ। ਅੰਚਲ ਗਹਿ ਕੈ ਸਾਧ ਕਾ ਤਰਨਾ ਇਹੋ ਸੰਸਾਰ। ਹੇ ਮੇਰੀ ਜਿੰਦੇ, ਗੁਰੂ ਦਾ ਪੱਲਾ ਫੜ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਪਾਰ ਬ੍ਰਹਮ ਆਰਾਧੀਐ ਉਧਰੇ ਸਭ ਪਾਰ ਵਾਰ। ਪਾਰ ਬ੍ਰਹਮ ਆਰਾਧੀਐ ਉਧਰੇ ਸਭ ਪਰਵਾਰ।
ਇਹ ਜਿੰਦੇ ਪਰਮਾਤਮਾ ਦੀ ਆਰਾਧਨਾ ਕਰਨੀ ਚਾਹੀਦੀ ਹੈ। ਜਿਹੜਾ ਮਨੁੱਖ ਆਰਾਧਨਾ ਕਰਦਾ ਹੈ ਉਸ ਦਾ ਸਾਰਾ ਪਰਿਵਾਰ ਸੰਸਾਰ ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿੱਚੋਂ ਬਚ ਨਿਕਲਦਾ ਹੈ। ਸਾਜਨ ਬੰਧ ਸੁਮਿੱਤਰ ਸੋ ਹਰ ਨਾਮ ਹਿਰਦੇ ਦੇਹ। ਹੇ ਮੇਰੀ ਜਿੰਦੇ ਜਿਹੜਾ ਗੁਰਮੁਖ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾਉਣ ਲਈ ਦਿੰਦਾ ਹੈ ਉਹੀ ਅਸਲ ਸੱਜਣ ਹੈ, ਉਹੀ ਅਸਲ ਸੰਬੰਧੀ ਹੈ, ਉਹੀ ਅਸਲ ਮਿੱਤਰ ਹੈ ਜਿਹੜਾ ਆਪਾਂ ਨੂੰ ਇਸ ਰਸਤੇ 'ਤੇ ਤੋਰਦਾ ਹੈ, ਗੁਰੂ ਨਾਲ ਜੋੜਦਾ ਹੈ, ਗੁਰੂ ਦੀ ਮੱਤ ਦਿੰਦਾ ਹੈ, ਗੁਰੂ ਦੇ ਸ਼ਬਦ 'ਤੇ ਚਲਾਉਂਦਾ ਹੈ। ਉਹੀ ਅਸਲ ਮਿੱਤਰ ਹੈ। ਗੁਰੂ ਸਾਹਿਬ ਜੀ ਸਮਝਾ ਰਹੇ ਨੇ ਉਹੀ ਆਪਣਾ ਸੰਬੰਧੀ ਹੈ, ਉਹੀ ਆਪਣਾ ਅਸਲ ਸੱਜਣ ਹੈ। ਔਗਣ ਸਭ ਮਿਟਾਏ ਕੇ ਪਰ ਉਪਕਾਰ ਕਰੇ ਉਸ, ਕਿਉਂਕਿ ਉਹ ਸਾਡੇ ਅੰਦਰੋਂ ਸਾਰੇ ਔਗਣ ਦੂਰ ਕਰਕੇ ਸਾਡੇ ਉੱਤੇ ਭਲਾਈ ਕਰਦਾ ਹੈ। ਮਾਲ ਖਜ਼ਾਨਾ ਥਿਓ ਕਰ ਹਰ ਕੈ ਚਰਨ ਨਿਧਾਨ। ਹੇ ਮੇਰੀ ਜਿੰਦੇ ਪਰਮਾਤਮਾ ਦੇ ਚਰਨ ਹੀ ਸਾਰੇ ਪਦਾਰਥਾਂ ਦੇ ਖਜ਼ਾਨੇ ਹਨ। ਭਾਵ ਚਰਨ ਕੀ ਹੈ? ਗੁਰੂ ਦੇ ਸ਼ਬਦ ਨਾਲ ਜੋੜਨਾ, ਗੁਰੂ ਦੀ ਮੱਤ 'ਤੇ ਤੋਰਨਾ, ਇਹੀ ਹੈ ਗੁਰੂ ਦੇ ਚਰਨ, ਇਹੀ ਹੈ ਅਸਲੀ ਖਜ਼ਾਨਾ। ਜੀਵ ਦੇ ਨਾਲ ਨਿਭਣ ਵਾਲਾ ਮਾਲ ਹੈ, ਖਜ਼ਾਨਾ ਹੈ, ਜੀਵ ਦੇ ਵਾਸਤੇ ਅਸਲੀ ਵਸੋ ਹੈ ਅਤੇ ਘਰ ਹੈ, ਅਸਲੀ ਇਹੀ ਘਰ ਹੈ ਆਪਣਾ। ਨਾਨਕ ਜਾਂਚਕ ਦਰ ਤੇਰਾ ਪ੍ਰਭ ਤੁਧਨੋਂ ਮੰਗੈ ਦਾਨ। ਹੇ ਪ੍ਰਭੂ ਤੇਰੇ ਦਰ ਦਾ ਮੰਗਤਾ ਨਾਨਕ ਤੇਰੇ ਦਰ ਤੋਂ ਤੇਰਾ ਨਾਮ ਦਾਨ ਵਜੋਂ ਮੰਗਦਾ ਹੈ। ਇਹ ਸਭ ਤੋਂ ਵੱਡਾ ਦਾਨ ਹੈ। ਇਹੀ ਇਸ ਦੀ ਭਾਲ ਪਿੱਛੇ ਦੁਨੀਆ ਭਟਕ ਰਹੀ ਹੈ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਭਾਵ ਇਹ ਗੁਰੂ ਸ਼ਬਦ ਜਿਸ ਨੂੰ ਮਿਲ ਗਿਆ ਉਹ ਮਿਲਣਾ ਕਿਹਦੇ ਨਾਲ? ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦੀ ਨਜ਼ਰ ਜਿਸ 'ਤੇ ਹੋ ਗਈ ਉਸ ਨੂੰ ਇਹ ਨਾਮ ਧਨ ਮਿਲ ਜਾਣਾ। ਇਹ ਧਨ ਆਪਣੇ ਨਾਲ ਜਾਣਾ, ਲੋਕ ਵਿੱਚ ਵੀ ਸਹੇਲੇ ਅਤੇ ਪਰਲੋਕ ਵਿੱਚ ਵੀ ਸਹੇਲੇ। ਭਾਵ ਆਪਾਂ ਨੂੰ ਸੁੱਖ ਮਿਲਦਾ ਇਸ ਨਾਮ ਨਾਲ, ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ, ਇੱਥੇ ਵੀ ਅਤੇ ਉੱਥੇ ਵੀ। ਇਹੀ ਆਪਣੇ ਨਾਲ ਜਾਣਾ, ਬਾਕੀ ਕੁਛ ਨਹੀਂ ਨਾਲ ਜਾਣਾ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 218 ਅੰਗ ਦੀ ਵਿਚਾਰ ਸੰਪੂਰਨ ਹੋ ਚੁੱਕੀ ਹੈ। ਗੁਰੂ ਨਾਨਕ ਸਾਹਿਬ ਜੀ ਬਲ ਬਖਸ਼ਣ। 219 ਅੰਗ ਦੀ ਵਿਚਾਰ ਆਪਾਂ ਅਗਲੀ ਵੀਡੀਓ 'ਚ ਕਰਾਂਗੇ। ਗੁਰੂ ਨਾਨਕ ਦੀ ਬਾਣੀ ਦੀ ਵਿਚਾਰ ਕਰਦੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰਦੇ ਹੋਏ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਨਾਨਕ ਸਾਹਿਬ ਜੀ ਬਖਸ਼ਣਯੋਗ ਹਨ, ਬਖਸ਼ੰਦ ਪਿਤਾ ਹਨ, ਬਖਸ਼ ਲੈਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਵੀ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।